ਸੋ ਗਰਾਊਂਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ। ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ। ਦੋਸਤੋ, ਜਿਵੇਂ ਸਿਆਸਤ ਦੇ ਚੱਲਦੇ ਸਮੀਕਰਨਾਂ ਦੇ ਉੱਤੇ ਤੁਹਾਡੇ ਨਾਲ ਜਿਹੜੀ ਆ ਕਦੇ ਕਦੇ ਝਾਤ ਪਾਉਂਦੇ ਰਹਿੰਦੇ ਆ, ਸੋ ਅੱਜ ਵੀ ਸਿਆਸਤ ਦੇ ਨਾਲ ਹੀ ਜੁੜੇ ਹੋਏ ਮੁੱਦੇ ਲੈ ਕੇ ਤੁਹਾਡੇ ਰੂਬਰੂ ਹੋਏ ਆ। ਮੇਰੇ ਨਾਲ ਮੇਰਾ ਸਾਥ ਦੇਣ ਲਈ ਭਾਈ ਜੋਰਾਵਰ ਸਿੰਘ ਜੀ ਨਾਲਾ ਮੌਜੂਦ ਨੇ। ਸੋ ਇਸ ਵੇਲੇ ਹਾਲਾਤ ਜੋ 2022 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੇ ਨੇ, ਬੜੇ ਹੀ ਰੌਚਕ ਭਰਪੂਰ ਜਿਹੇ ਨੇ। ਹਰ ਵਾਰ ਦੀ ਤਰ੍ਹਾਂ ਹੀ ਸਿਆਸੀ ਲੀਡਰ ਲੋਕ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾ ਕੇ ਚਿਹਰਿਆਂ ਦੇ ਉੱਤੇ ਜਿਹੜੀ ਉਹ ਰਾਜਨੀਤੀ ਕੇਂਦਰਿਤ ਕੀਤੀ ਜਾ ਰਹੀ ਹੈ। ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਪੂਰਬੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣ ਲੜ ਰਹੇ ਸਨ। ਉਹਨਾਂ ਦੇ ਮੁਕਾਬਲੇ ਸਰਦਾਰ ਬਿਕਰਮਜੀਤ ਸਿੰਘ ਮਜੀਠਾ ਨੂੰ ਜਿਹੜਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਔਰ ਹਾਲਾਤ ਇਸ ਤਰ੍ਹਾਂ ਦੇ ਸੈੱਟ ਕੀਤੇ ਜਾ ਰਹੇ ਨੇ, ਸਾਡਾ ਮਾਈਂਡ ਇਸ ਤਰ੍ਹਾਂ ਦਾ ਸੈੱਟ ਕੀਤਾ ਜਾ ਰਿਹਾ ਕਿ ਜਿਵੇਂ ਸਮੁੱਚੇ ਪੰਜਾਬ ਦੀ ਚੋਣ ਜਿਹੜੀ ਆ ਉਹ ਸਿਰਫ ਅੰਮ੍ਰਿਤਸਰ ਪੂਰਬੀ ਹਲਕੇ ਨੂੰ ਲੈ ਕੇ ਕੇਂਦਰਿਤ ਹੋਵੇ, ਕਿ ਜਿਵੇਂ ਫੈਸਲਾ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠਾ ਦੇ ਉੱਤੇ ਹੀ ਹੋਣਾ ਹੋਵੇ ਕਿ ਦੋਵਾਂ ਦੀ ਜਿੱਤ ਹਾਰ ਨਹੀਂ ਪੰਜਾਬ ਦੀ ਸਿਆਸਤ ਨੂੰ ਤੈਅ ਕਰਨਾ ਹੋਵੇ। ਪਰ ਅੱਜ ਅਸੀਂ ਜਿਹੜਾ ਇਹਦੇ ਉੱਤੇ ਖੋਲ੍ਹ ਕੇ ਗੱਲਬਾਤ ਕਰਾਂਗੇ ਕਿ ਅਸੀਂ ਸੱਚਮੁੱਚ ਹੀ ਇਹਨਾਂ ਰਾਜਨੀਤਿਕ ਲੀਡਰਾਂ ਦੇ ਫਿਰ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਫਸ ਕੇ ਆਪਣੀ ਜਿਹੜੀ ਵੋਟ ਹੈ ਇਹਨਾਂ ਲੋਕਾਂ ਨੂੰ ਪੋਲ ਕਰ ਸਕਦੇ ਆ। ਸੋ ਪ੍ਰਧਾਨ ਜੀ, ਕੱਲ੍ਹ ਦੀ ਸਿਆਸਤ ਦੇ ਵਿੱਚ ਹੋਰ ਹੀ ਜਿਹੜੀ ਸਰਗਰਮੀ ਹੈ ਨਾ, ਜ਼ੋਰ ਫੜਦੀ ਨਜ਼ਰ ਆ ਰਹੀ ਆ। ਬਾਦਲ ਸਾਹਿਬ ਕਹਿੰਦੇ ਨੇ ਕਿ ਹੁਣ ਸਿੱਧੂ ਭੱਜ ਲਵੇ ਜਿੱਥੇ ਭੱਜਣਾ, ਮਾਝੇ ਦਾ ਜਰਨੈਲ ਆ ਗਿਆ ਉਹਦੇ ਵਿਰੁੱਧ ਖਲੋਣ ਲਈ। ਪਹਿਲਾਂ ਤਾਂ ਜਰਾ ਇਹ ਮਾਝੇ ਦੇ ਜਰਨੈਲ ਦੀ ਜਿਹੜੀ ਭੂਮਿਕਾ ਸਾਡੇ ਇਤਿਹਾਸ 'ਚ ਰਹੀ ਆ, ਉਹਦੇ ਬਾਰੇ ਥੋੜ੍ਹਾ ਜਿਹਾ ਵਿਸ਼ਲੇਸ਼ਣ ਕਰਦੇ ਹੋ ਕਿ ਇਹ ਅਹੁਦਾ ਕੀ ਆ, ਇਹ ਕਦੋਂ ਤੋਂ ਜੁੜਿਆ ਸਾਡੇ ਨਾਲ? ਦੇਖੋ, ਜਿੱਥੋਂ ਤੱਕ ਜਰਨੈਲਾਂ ਦੀ ਗੱਲ ਹੈ ਨਾ, ਜਰਨੈਲ ਤਾਂ ਜੰਗਾਂ ਦੇ ਵਿੱਚ ਅਗਵਾਈ ਕਰਨ ਵਾਲੇ ਜਿਹੜੇ ਆਪਣੇ ਜਥਿਆਂ ਦੀ ਅਗਵਾਈ ਕਰਕੇ ਵੱਡੀਆਂ ਮੰਜ਼ਿਲਾਂ ਸਰ ਕਰਦੇ ਨੇ, ਉਹਨਾਂ ਨੂੰ ਜਰਨੈਲ ਕਿਹਾ। ਸਾਡੇ ਇਤਿਹਾਸ ਦੇ ਵਿੱਚ ਜਰਨੈਲ ਦਾ ਰੁਤਬਾ ਇੱਕ ਬੜਾ ਸਤਿਕਾਰਤ ਰੁਤਬਾ ਹੈ। ਪਰ ਅੱਜ ਕਿਉਂਕਿ ਹਥਿਆਰ ਦੀ ਲੜਾਈ ਨਹੀਂ ਰਹੀ, ਲੜਾਈ ਬਣ ਗਈ ਵੋਟ ਦੀ। ਵੋਟ ਦੀ ਲੜਾਈ ਦੇ ਵਿੱਚ ਉਸ ਚੀਜ਼ ਨੂੰ ਜਿਹੜਾ ਅਗਵਾਈ ਕਰਦਾ, ਉਹਨੂੰ ਆਪਣੇ ਸਾਥੀ ਨੂੰ ਵਡਿਆਉਣ ਵਾਸਤੇ ਜਾਂ ਆਪਣੇ ਆਗੂ ਨੂੰ ਵਡਿਆਉਣ ਵਾਸਤੇ ਜਰਨੈਲ ਦਾ ਲਕਬ ਜਿਹੜਾ ਉਹ ਲਾ ਕੇ ਸੰਬੋਧਨ ਕਰ ਲਿਆ ਜਾਂਦਾ। ਜਿਸ ਤਰ੍ਹਾਂ ਪਹਿਲਾਂ ਜਦੋਂ ਅਸੀਂ ਪਹਿਲਾਂ ਸੁਣਦੇ ਹੁੰਦੇ ਹਾਂ ਤਾਂ ਇਹ ਲਕਬ ਜਿਹੜਾ ਸਿਆਸਤ ਦੇ ਵਿੱਚ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਮ ਹੀ ਲੱਗਦਾ ਰਿਹਾ, ਮਾਝੇ ਦਾ ਜਰਨੈਲ। ਅੱਜ ਕੱਲ੍ਹ ਇਹ ਲਕਬ ਜਿਹੜਾ ਇਹ ਤਖੱਲਸ ਜਿਹੜਾ ਬਿਕਰਮ ਸਿੰਘ ਮਜੀਠਾ ਦੇ ਨਾਲ ਵੀ ਜਿਹੜਾ ਉਹ ਲੱਗ ਰਿਹਾ। ਔਰ ਜਿਸ ਤਰ੍ਹਾਂ ਜਦੋਂ ਲੀਡਰ ਕਹਿਣਗੇ ਤੇ ਫਿਰ ਲੋਕ ਵੀ ਉਸੇ ਤਰ੍ਹਾਂ ਹੀ ਕਹਿਣ ਲੱਗ ਜਾਂਦੇ ਨੇ। ਇਸ ਕਰਕੇ ਵੇਖੋ, ਜਾਇਜ਼ ਨਾ ਜਾਇਜ਼ ਜਾਂ ਨਜਾਇਜ਼ ਇਹ ਤਾਂ ਲੋਕਾਂ ਦੇ ਮੰਨਣ ਦੀ ਗੱਲ ਹੈ। ਬਾਕੀ ਇਹ ਹੈ ਕਿ ਸਿਆਸੀ ਆਗੂ ਜਿਹੜੇ ਨੇ ਇਹਨਾਂ ਦੇ ਕਿਰਦਾਰ ਉਹਨਾਂ ਜਰਨੈਲਾਂ ਵਰਗੇ ਨਹੀਂ ਜਿਨ੍ਹਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ। ਇਸ ਅੱਜ ਜਿਵੇਂ ਮਜੀਠਾ ਸਾਹਿਬ ਜਿਹੜਾ ਉਹ ਵੱਡੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ, ਸੁਪਰੀਮ ਕੋਰਟ ਦੇ ਵਿੱਚ ਪਹੁੰਚ ਚੁੱਕੇ ਨੇ ਹਾਲ ਹੀ 'ਚ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਇਸ ਤਰ੍ਹਾਂ ਦੀ ਮੂਵਮੈਂਟ ਬਣਾਉਣੀ, ਕਿ ਉਹ ਸਾਡੇ ਲੋਕਾਂ ਦਾ ਮਾਈਂਡ ਇਸ ਤਰ੍ਹਾਂ ਦਾ ਸੈੱਟ ਹੋ ਚੁੱਕਾ ਹੈ ਜਾਂ ਕੀਤਾ ਜਾ ਰਿਹਾ ਕਿ ਲੋਕ ਮੁੱਦਿਆਂ ਤੋਂ ਭਟਕ ਕੇ ਇਸ ਤਰ੍ਹਾਂ ਹੀ ਇਸੇ ਵਹਿਣ 'ਚ ਹੀ ਵਹਿੰਦੇ ਰਹਿਣ? ਵੇਖੋ, ਪੰਜਾਬ ਦੀ ਸਿਆਸਤ ਜਿਹੜੀ ਆ ਮੁੱਦਿਆਂ ਦੀ ਸਿਆਸਤ ਤਾਂ ਰਹੀ ਨਹੀਂ। ਜੇ ਕਿਤੇ ਮੁੱਦਿਆਂ ਦੀ ਸਿਆਸਤ ਹੁੰਦੀ ਤਾਂ ਫਿਰ ਇੱਥੇ ਚਰਿੱਤਰ ਦੀ ਰਾਜਨੀਤੀ ਹੁੰਦੀ, ਇੱਥੇ ਚਿਹਰਿਆਂ ਦੀ ਰਾਜਨੀਤੀ ਨਾ ਹੁੰਦੀ। ਕਿਉਂਕਿ ਅਸੀਂ ਚਿਹਰਿਆਂ ਦੇ ਉੱਤੇ ਡਿਪੈਂਡ ਕਰਨ ਲੱਗ ਗਏ ਹਾਂ ਕਿ ਚਿਹਰੇ ਕੀ ਕਹਿੰਦੇ ਨੇ, ਚਿਹਰਿਆਂ ਦੇ ਮਗਰ ਲੱਗ ਗਏ ਹਾਂ ਅਤੇ ਚਰਿੱਤਰ ਕਿਤੇ ਨਾ ਕਿਤੇ ਪਿੱਛੇ ਪੈ ਗਏ। ਜਦੋਂ ਚਰਿੱਤਰ ਦੀ ਗੱਲ ਹੀ ਨਹੀਂ ਹੋਊਗੀ, ਇਕੱਲੇ ਚਿਹਰਿਆਂ ਦੇ ਉੱਤੇ ਅਸੀਂ ਜਿਹੜੇ ਆ ਘੋਲ ਘੁਲਾਂਗੇ, ਚਿਹਰਿਆਂ ਦੇ ਉੱਤੇ ਲੜਾਈ ਲੜਾਂਗੇ ਅਤੇ ਫਿਰ ਉਹਦੇ ਸਿੱਟੇ ਵੀ ਜਿਹੜੇ ਆ ਕੋਈ ਬਹੁਤੇ ਸਾਰਥਕ ਨਿਕਲਦੇ ਨਜ਼ਰ ਨਹੀਂ ਆਉਣਗੇ। ਇਸ ਲੜਾਈ ਦੇ ਵਿੱਚ ਜਿੱਤ ਕੋਈ ਵੀ ਜਾਏ, ਚਾਹੇ ਇਸ ਲੜਾਈ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਜਿੱਤ ਜਾਏ ਅਤੇ ਚਾਹੇ ਸੋ ਕਾਲਡ ਮਾਝੇ ਦਾ ਜਰਨੈਲ ਜਿੱਤ ਜਾਏ, ਪਰ ਪੰਜਾਬ ਕਿਤੇ ਨਾ ਕਿਤੇ ਹਾਰ ਜਾਏਗਾ। ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ, ਪੰਜਾਬ ਹਾਰਦਾ ਹੋਇਆ ਨਜ਼ਰ ਆ ਰਿਹਾ। ਔਰ ਲੋਕਾਂ ਦਾ ਜਿਹੜਾ ਦਿਮਾਗੀ ਸੰਤੁਲਨ ਆ ਉਹ ਇਸ ਚੀਜ਼ ਦੇ ਉੱਤੇ ਸੈੱਟ ਹੋਣਾ ਚਾਹੀਦਾ ਹੈ ਕਿ ਸੂਬੇ ਵਾਸਤੇ ਕਿਹੜਾ ਕੀ ਨੀਤੀਆਂ ਲੈ ਕੇ ਆਇਆ ਔਰ ਉਹਨਾਂ ਨੀਤੀਆਂ ਨੂੰ ਧਰਾਤਲ ਦੇ ਉੱਤੇ ਉਹ ਲਾਗੂ ਕਿਵੇਂ ਕਰੇਗਾ ਜਾਂ ਉਹਦੇ ਵਿੱਚ ਕਰਨ ਦੀ ਕਿੰਨੀ ਸਮਰੱਥਾ ਹੈ। ਜਾਂ ਪਿਛਲੇ ਸਮੇਂ ਵਿੱਚ ਜਿਹੜੇ ਆਗੂ ਹੁਣ ਮੈਦਾਨ ਵਿੱਚ ਉਤਰੇ ਨੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਆਪਣੀ ਕਾਰਗੁਜ਼ਾਰੀ ਜਿਹੜੀ ਆ ਕਿਵੇਂ ਦੀ ਵਿਖਾਈ ਆ। ਗੁਣ ਦੋਸ਼ ਦੇ ਆਧਾਰ ਦੇ ਉੱਤੇ ਵੋਟਰ ਅੱਜ ਦਾ ਜਿਹੜਾ ਉਹ ਮੁਲਾਂਕਣ ਕਰੇ, ਉਹਦੇ ਨਾਲ ਸ਼ਾਇਦ ਪੰਜਾਬ ਦੀ ਕੋਈ ਭਲਾਈ ਹੋ ਸਕੇ। ਕਿਉਂਕਿ ਇਸ ਤਰ੍ਹਾਂ ਦੀ ਚਿਹਰਿਆਂ ਦੀ ਰਾਜਨੀਤੀ ਦੇ ਵਿੱਚ ਪੰਜਾਬ ਦਾ ਅੱਗੇ ਹੀ ਬਹੁਤ ਸਾਰਾ ਨੁਕਸਾਨ ਹੋ ਗਿਆ। ਔਰ ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦਾ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਗੰਧਲਾਪਨ ਆ ਗਿਆ, ਇਹਦੇ ਵਿੱਚੋਂ ਸ਼ਾਇਦ ਪੁਣ ਛਾਣ ਕੇ ਕੁਝ ਸਾਫ਼ ਨਿਕਲ ਆਉਣ ਦੀ ਆਸ ਬੜੀ ਮੱਧਮ ਜਿਹੀ ਹੋ ਗਈ ਆ। ਇਸ ਕਰਕੇ ਇਹ ਤਾਂ ਰੱਬ ਹੀ ਕਿਰਪਾ ਕਰੇ ਤੇ ਸ਼ਾਇਦ ਇਹਦੇ 'ਚੋਂ ਪੰਜਾਬ ਉੱਭਰ ਸਕੇ, ਨਹੀਂ ਤਾਂ ਪੰਜਾਬ ਕਿਤੇ ਨਾ ਕਿਤੇ ਗੁਆਚ ਗਿਆ। ਇਸ ਇੱਕ ਨਾ ਅੱਜ ਹੀ ਡਿਸਕਸ਼ਨ ਚੱਲਦੀ ਪਈ ਸੀ ਸਾਡੀ ਆਫ ਦਾ ਰਿਕਾਰਡ
ਹੁਣ ਨਾਂ ਲੈਣਾ ਤੇ ਮੈਂ ਵੀ ਠੀਕ ਨਹੀਂ ਸਮਝਦਾ, ਕਿਉਂਕਿ ਸਾਡੇ ਲੋਕਾਂ ਦਾ ਸੁਭਾਅ ਹੈ ਕਿ ਭਾਜਪਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਸਾਡਾ ਕੋਈ ਸਾਥ ਨਹੀਂ ਦਿੱਤਾ, ਤੇ ਸਾਡੇ ਬਹੁਤ ਹੀ ਜ਼ਿਆਦਾ ਕਿਸਾਨਾਂ ਦੀਆਂ ਸ਼ਹੀਦੀਆਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਹੋਈਆਂ ਨੇ। ਹੋਰ ਵੀ ਉਸ ਸੰਘਰਸ਼ ਦੇ ਦੌਰਾਨ ਜਿਨ੍ਹਾਂ ਨੇ ਸਪੋਰਟ ਕੀਤੀ ਆ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਆ, ਕਾਰਨ ਕੋਈ ਵੀ ਰਹੇ ਹੋਣ। ਸੋ ਪਰ ਉਹ ਗੱਲ ਇਹ ਚੱਲਦੀ ਪਈ ਸੀ ਕਿ ਅਸੀਂ ਚਿਹਰਿਆਂ ਦੀ ਰਾਜਨੀਤੀ ਮਗਰ ਪੈ ਕੇ ਆਪਣਾ ਬੜਾ ਵੱਡਾ ਨੁਕਸਾਨ ਸੂਬੇ ਦਾ ਕਰ ਚੁੱਕੇ ਹਾਂ। ਕਿ ਜਦੋਂ ਇੱਥੇ ਲੋਕ ਸਭਾ ਦੀ ਚੋਣ ਸੀ 2014 ਦੀ ਸ਼ਾਇਦ, ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀ ਉਹ ਜੇਤਲੀ ਸਾਹਿਬ ਦੇ ਮੁਕਾਬਲੇ ਅੰਮ੍ਰਿਤਸਰ ਤੋਂ ਉਤਾਰੇ ਗਏ ਸੀ। ਅਸੀਂ ਕੈਪਟਨ ਸਾਹਿਬ ਨੂੰ ਇੱਕ ਬੜਾ ਵੱਡਾ ਚਿਹਰਾ ਮੰਨ ਕੇ ਕਿ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਜਾਂ ਇਹ ਪਿਛਲੇ ਸਮੇਂ 'ਚ ਇਸ ਤਰ੍ਹਾਂ ਕਰਦੇ ਰਹੇ ਨੇ, ਉਹਨਾਂ ਨੂੰ ਜਿਤਾਉਣਾ ਬੜਾ ਜ਼ਰੂਰੀ ਹੈ। ਪਰ ਸਿਆਸੀ ਮਾਰੇ ਵੀ ਕਹਿੰਦੇ ਆ ਕਿ ਜੇ ਜੇਤਲੀ ਸਾਹਿਬ ਉਸ ਵੇਲੇ ਜਿੱਤ ਜਾਂਦੇ ਤਾਂ ਅੰਮ੍ਰਿਤਸਰ ਨੂੰ ਕੋਈ ਵੱਡੇ ਰਾਹਤ ਪੈਕੇਜ ਮਿਲ ਸਕਦੇ ਸੀ। ਪਰ ਉਹ ਸਾਡਾ ਆਪਣਾ ਸੁਭਾਅ ਸੀ ਕਿ ਅਸੀਂ ਕੀ ਚਾਹੁੰਦੇ, ਅਸੀਂ ਪੰਜਾਬੀ ਹੋਣ ਦਾ ਵੀ ਜਿਹੜਾ ਇਹ ਕਦੇ ਨਾ ਕਿਤੇ ਆਪਣਾ ਹੁਨਰ ਜਿਹੜਾ ਜਾਂ ਆਪਣਾ ਸੁਭਾਅ ਨਹੀਂ ਛੱਡਦਾ, ਇਹ ਵੀ ਦਰਜ ਕਰਵਾਉਂਦੇ ਰਹਿੰਦੇ। ਉਹ ਨੁਕਸਾਨ ਸਾਨੂੰ ਕਹਿੰਦੇ ਹੁਣ ਇਸ ਰੂਪ ਝੱਲਣਾ ਪਿਆ। ਕੈਪਟਨ ਸਾਹਿਬ ਨੇ 5 ਸਾਲ ਫਿਰ ਰਾਜ ਕੀਤਾ ਪੰਜਾਬ ਤੇ, ਹੁਣ ਜਦੋਂ ਕਾਂਗਰਸ ਨੇ ਪਾਸੇ ਕਰ ਦਿੱਤਾ ਤਾਂ ਫਿਰ ਜਿਨ੍ਹਾਂ ਨੂੰ ਅਸੀਂ ਨਕਾਰਿਆ ਸੀ ਉਸੇ ਭਾਜਪਾ ਦੀ ਝੋਲੀ ਪੈ ਚੁੱਕੇ ਨੇ। ਫਿਰ ਦੂਸਰੀ ਵਾਰੀ ਹਰਦੀਪ ਸਿੰਘ ਪੁਰੀ ਇੱਥੋਂ ਅੰਮ੍ਰਿਤਸਰ ਤੋਂ ਆਏ ਨੇ, ਔਰ ਗੁਰਜੀਤ ਸਿੰਘ ਔਜਲਾ ਲੜੇ ਨੇ। ਅਸੀਂ ਫਿਰ ਔਜਲਾ ਸਾਹਿਬ ਨੂੰ ਬੜੀ ਵੱਡੀ ਜਿੱਤ ਦਿੱਤੀ ਹੈ। ਪਰ ਕਹਿੰਦੇ ਆ ਕਿ ਅੰਮ੍ਰਿਤਸਰ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਔਜਲਾ ਸਾਹਿਬ ਵੀ ਕੋਈ ਵਿਸ਼ੇਸ਼ ਨਹੀਂ ਕਰ ਸਕੇ। ਤੇ ਜੇ ਕਿਤੇ ਪੁਰੀ ਸਾਹਿਬ ਇੱਥੇ ਹੁੰਦੇ ਹੋ ਸਕਦਾ ਸੀ ਕੁਝ ਨਾ ਕੁਝ ਜਿਹੜਾ ਆ ਪਿਛਲੀ ਭਰਪਾਈ ਹੋ ਜਾਂਦੀ। ਹੁਣ ਮੈਂ ਗੱਲ ਲਿਆ ਕੇ ਉੱਥੇ ਖੜੀ ਕਰਨੀ ਚਾਹੁੰਦਾ ਕਿ ਇੱਕ ਪਾਸੇ ਸਿੱਧੂ ਸਾਹਿਬ ਪੰਜਾਬ ਮਾਡਲ ਦੀ ਗੱਲ ਕਰਦੇ ਆ, ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਇਮਾਨਦਾਰ ਨੇ, ਭ੍ਰਿਸ਼ਟ ਨਹੀਂ ਗਏ, ਕ੍ਰਿਮੀਨਲ ਨਹੀਂ ਗਏ, ਉਹਨਾਂ ਦੇ ਨਾਂ ਨਾਲ ਕੋਈ ਅਜਿਹਾ ਨਹੀਂ ਜੁੜਦਾ। ਦੂਜੇ ਪਾਸੇ ਮਜੀਠੀਆ ਸਾਹਿਬ ਨੇ ਜਿਹੜੇ ਪਰਿਵਾਰਵਾਦ ਚੋਂ ਨਿਕਲੇ ਨੇ, ਸ਼ੁਰੂ ਤੋਂ ਜਿਹੜੇ ਆ ਜਿੱਤਦੇ ਆਉਣ ਡਏ ਨੇ, ਤੇ ਇਸ ਵੇਲੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਅਦਾਲਤ ਕੀ ਫੈਸਲਾ ਦਿੰਦੀ ਆ ਇਹ ਜਾਂਚ ਦਾ ਵਿਸ਼ਾ ਹੈ, ਇਹ ਅਦਾਲਤ ਨੂੰ ਬਿਹਤਰ ਹੈ ਉਹਨਾਂ ਜਾਣਨਾ ਹੈ ਕੀ ਕਰਨਾ ਕੀ ਨਹੀਂ ਕਰਨਾ। ਪਰ ਲੋਕਾਂ ਨੂੰ ਇਸ ਵੇਲੇ ਕੀ ਸੋਚਣਾ ਚਾਹੀਦਾ ਕਿ ਉਹ ਮਜੀਠੀਆ ਸਾਹਿਬ ਦੇ ਹੱਕ 'ਚ ਭੁਗਤ ਕੇ ਫਿਰ ਉਹ ਪਰਿਵਾਰਵਾਦੀ ਜਾਂ ਉਹ ਰਾਜਾਸ਼ਾਹੀ ਦੇ ਚੁੰਗਲ 'ਚ ਫਸ ਜਾਣਗੇ, ਜਾਂ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਨੂੰ ਮੌਕਾ ਦੇਣ ਕਿ ਜਿਹੜੇ ਪੰਜਾਬ ਮਾਡਲ ਦੀ ਗੱਲ ਕਰਦੇ, ਜਿਵੇਂ ਮਾਫੀਆ ਪੰਜਾਬ 'ਚੋਂ ਖਤਮ ਕਰਨ ਦੀ ਗੱਲ ਕਰਦੇ ਆ, ਹੋਰ ਇਸ ਤਰ੍ਹਾਂ ਦਾ ਕੇਵਲ ਮਾਫੀਆ ਹੈ, ਰੇਤ ਮਾਫੀਆ ਹੈ, ਹੋਰ ਟੈਕਸ ਬਚਾਉਣ ਦੀ ਗੱਲ ਕਰਦੇ ਆ। ਕੀ ਉਹ ਸਾਨੂੰ ਸੋਚਣਾ ਚਾਹੀਦਾ ਇੱਥੇ ਕਿ ਕਿਹਦੇ ਹੱਕ 'ਚ ਵੋਟ ਪੋਲ ਕਰਨੀ ਚਾਹੀਦੀ ਹੈ? ਵੇਖੋ, ਜੇ ਤਾਂ ਅਸੀਂ ਇੱਥੇ ਕਿਸੇ ਵਿਸ਼ੇਸ਼ ਵਿਅਕਤੀ ਦੀ ਕੋਈ ਗੱਲ ਕਰਾਂਗੇ ਤੇ ਸ਼ਾਇਦ ਸਾਨੂੰ ਲੱਗੇਗਾ, ਲੋਕਾਂ ਨੂੰ ਲੱਗੇਗਾ ਕਿ ਅਸੀਂ ਕੋਈ ਪੱਖਪਾਤ ਕਰ ਰਹੇ ਜਾਂ ਕਿਸੇ ਦੇ ਪੱਖ ਵਿੱਚ ਭੁਗਤ ਰਹੇ। ਨਹੀਂ, ਸਾਡਾ ਨਹੀਂ ਹੱਕ, ਮੈਂ ਤਾਂ ਮਿਸਾਲਾਂ ਦੇ ਦਿੱਤੀਆਂ। ਗੁਣ ਤੇ ਦੋਸ਼ ਦੋਨਾਂ ਦੇ ਜਿਹੜੇ ਆ ਉਹਨਾਂ ਦਾ ਮੁਲਾਂਕਣ ਕਰਨਾ ਬਣਦਾ ਹੈ। ਸਿੱਧੂ ਸਾਹਿਬ ਨੇ ਜਿਹੜਾ ਪੰਜਾਬ ਮਾਡਲ ਪੇਸ਼ ਕੀਤਾ, ਕੀ ਉਹ ਪੰਜਾਬ ਮਾਡਲ ਇਕੱਲਾ ਕਾਗਜ਼ਾਂ ਵਿੱਚ ਜਾਂ ਉਹਨਾਂ ਦੇ ਭਾਸ਼ਣਾਂ ਵਿੱਚ ਹੀ ਆ, ਜਾਂ ਉਹ ਜ਼ਮੀਨੀ ਲੈਵਲ 'ਤੇ ਵੀ ਕੋਈ ਉਹਦੀ ਸੱਚਾਈ ਹੈਗੀ? ਕਿਉਂਕਿ ਜਿਹੜੀ 5 ਸਾਲ ਤੱਕ ਸੱਤਾ ਪਿਛਲੀ ਜਿਹੜੀ ਸਰਕਾਰ ਦੀ ਹੁਣ ਚੱਲ ਰਹੀ ਆ, ਸਿੱਧੂ ਸਾਹਿਬ ਉਹਦੇ ਵਿੱਚ ਭਾਈਵਾਲ ਰਹੇ ਨੇ, ਔਰ ਸਿੱਧੂ ਸਾਹਿਬ ਨੇ ਪਿਛਲੀ ਸਰਕਾਰ ਬਣਾਉਣ ਦੇ ਵਿੱਚ ਵੀ ਆਪਣੇ ਪ੍ਰਚਾਰ ਦੇ ਰਾਹੀਂ ਬੜਾ ਵੱਡਾ ਯੋਗਦਾਨ ਪਾਇਆ। ਉਸ ਤੋਂ ਬਾਅਦ ਸਿੱਧੂ ਨੂੰ ਇੱਕ ਤਰ੍ਹਾਂ ਦੇ ਨਾਲ ਕੈਪਟਨ ਦੀ ਵਜ਼ਾਰਤ ਦੇ ਵਿੱਚ ਨੰਬਰ 2 ਦਾ ਸਟੇਟਸ ਵੀ ਮਿਲਿਆ। ਲੋਕਲ ਬਾਡੀ ਵਿਭਾਗ ਵਰਗਾ ਇੱਕ ਬੜਾ ਅਹਿਮ ਵਿਭਾਗ ਜਿਹੜਾ ਉਹ ਮਿਲਿਆ। ਲੇਕਿਨ ਬਤੌਰ ਮੰਤਰੀ ਕਾਰਗੁਜ਼ਾਰੀ ਸਾਡੀ ਕੀ ਰਹੀ ਹੈ, ਲੋਕ ਇਸ ਦਾ ਵੀ ਮੁਲਾਂਕਣ ਕਰਨਗੇ। ਚੁੱਪ ਕਰਕੇ ਘਰ ਬਹਿ ਜਾਣ ਦੇ ਨਾਲ ਪੰਜਾਬ ਦੇ ਹਿੱਤ ਉਸ ਵੇਲੇ ਕਿੰਨੇ ਕੁ ਸੁਰੱਖਿਅਤ ਸਨ, ਲੋਕ ਇਸ ਚੀਜ਼ ਦਾ ਵੀ ਮੁਲਾਂਕਣ ਕਰਨਗੇ। ਇੱਕ ਮੰਤਰਾਲੇ ਦੀ ਜਿੱਦ ਕਰਕੇ ਵੀ ਮੈਂ ਇਹੀ ਮੰਤਰਾਲਾ ਲੈਣਾ, ਲੇਕਿਨ ਜਿਹੜਾ ਮੰਤਰਾਲਾ ਮਿਲਿਆ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਸੁਧਾਰ ਨਾ ਕਰ ਸਕਣਾ ਵੀ ਫੇਲੀਅਰ ਆ। ਕਿਉਂਕਿ ਵੇਖੋ, ਅੱਜ ਸ਼ਬਦਾਂ ਦੀ ਜੰਗ ਦੇ ਵਿੱਚ ਤਾਂ ਹੋ ਸਕਦਾ ਹੈ ਸਿੱਧੂ ਸਾਹਿਬ ਜਿਹੜੀਆਂ ਉਹ ਕਲਾਬਾਜ਼ੀਆਂ ਮਾਰ ਕੇ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਉਹਨਾਂ ਦੀ ਕੋਸ਼ਿਸ਼ ਜਿਹੜੀ ਆ ਜਿੱਥੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਆ, ਉੱਥੇ ਨਾਲ ਨਾਲ ਕਾਂਗਰਸ ਹਾਈ ਕਮਾਂਡ ਦੇ ਉੱਤੇ ਆਪਣਾ ਇੰਪਰੈਸ਼ਨ ਬਣਾ ਕੇ ਤੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਸਥਾਪਿਤ ਹੋਣ ਦੀ ਦੌੜ ਜ਼ਿਆਦਾ ਲੱਗਦੀ। ਇਸ ਕਰਕੇ ਲੋਕਾਂ ਨੂੰ ਇਹਦੀ ਅਸਲ ਸੱਚਾਈ ਦੇ ਮਗਰ ਜਾ ਕੇ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਦੋਨੇ ਲੀਡਰ ਸਾਹਮਣੇ ਆਏ ਨੇ, ਇਹਨਾਂ ਨੇ ਆਪਣੇ ਆਪਣੇ ਹਲਕੇ ਦੇ ਵਿੱਚ ਬਤੌਰ MLA ਜਾਂ ਜਦੋਂ ਇਹਨਾਂ ਨੇ ਵਜ਼ੀਰੀਆਂ ਹੰਡਾਈਆਂ ਨੇ ਬਤੌਰ ਵਜ਼ੀਰ ਕੀ ਕੁਝ ਕੀਤਾ, ਉਹਦਾ ਕੰਪੈਰੀਜ਼ਨ ਕਰਕੇ ਫਿਰ ਲੋਕਾਂ ਨੂੰ ਵੋਟ ਦਾ ਹੱਕ ਦਾ ਜਿਹੜਾ ਇਸਤੇਮਾਲ ਕਰਨਾ ਚਾਹੀਦਾ। ਔਰ ਉਹਦੇ ਵਿੱਚ ਪੰਜਾਬ ਕਿਤੇ ਹਰਦਾ ਨਜ਼ਰ ਨਹੀਂ ਆਉਣਾ ਚਾਹੀਦਾ, ਖਾਸ ਕਰਕੇ ਅੰਮ੍ਰਿਤਸਰ ਪੂਰਬੀ ਕਿਤੇ ਹਰਦਾ ਨਜ਼ਰ ਨਹੀਂ ਆਉਣਾ ਚਾਹੀਦਾ, ਜਿਵੇਂ ਤੁਸੀਂ ਗੱਲ ਕੀਤੀ ਹੈ। ਕਿਉਂਕਿ ਅਸੀਂ ਪੰਜਾਬੀ ਲੋਕ ਜਿਹੜੇ ਆ ਜਜ਼ਬਾਤ ਦੇ ਵਹਿਣ ਵਿੱਚ ਬਹਿ ਕੇ ਕਈ ਵਾਰ ਫੈਸਲੇ ਇਸ ਤਰ੍ਹਾਂ ਦੇ ਕਰ ਲੈਂਦੇ ਆ ਜਿਹਦੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਖਮਿਆਜੇ ਭੁਗਤਣੇ ਪੈਂਦੇ ਨੇ। ਜਿੱਦਾਂ ਜੇਤਲੀ ਸਾਹਿਬ ਦੇ ਵੇਲੇ ਕੈਪਟਨ ਸਾਹਿਬ ਬੜੇ ਵੱਡੇ ਮਾਰਜਨ ਦੇ ਨਾਲ ਜਿੱਤੇ,
ਲੇਕਿਨ ਹੁਣ ਤੁਸੀਂ ਵੇਖੋ ਕਿ ਜਿਨ੍ਹਾਂ ਲੋਕਾਂ ਨੇ ਉਦੋਂ ਬੀਜੇਪੀ ਨੂੰ ਨਕਾਰਿਆ ਜਾਂ ਜੇਤਲੀ ਸਾਹਿਬ ਨੂੰ ਨਕਾਰਿਆ, ਹਾਲਾਂਕਿ ਉਸ ਵੇਲੇ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਸੀ ਵੀ ਅਰੁਣ ਜੇਤਲੀ ਜਿੱਤੇ ਜਾਂ ਨਾ ਜਿੱਤੇ ਹੁਣ ਸਰਕਾਰ ਦੇ ਵਿੱਚ ਵਜ਼ੀਰ ਬਣ ਜਾਣਾ। ਬਿਲਕੁਲ। ਔਰ ਜੇ ਉਹ ਸਰਕਾਰ ਦੇ ਵਿੱਚ ਵਜ਼ੀਰ ਬਣ ਜਾਂਦੇ ਬਤੌਰ ਅੰਮ੍ਰਿਤਸਰ ਦਾ ਨੁਮਾਇੰਦਾ ਉਹ ਸਰਕਾਰ ਵਿੱਚ ਹੁੰਦੇ ਤੇ ਸ਼ਾਇਦ ਅੱਜ ਅੰਮ੍ਰਿਤਸਰ ਦੀ ਦਿੱਖ ਜਾਂ ਅੰਮ੍ਰਿਤਸਰ ਦੇ ਹਾਲਾਤ ਕੁਝ ਹੋਰ ਹੁੰਦੇ। ਹੋ ਸਕਦਾ ਸੀ ਕੋਈ ਇਹੋ ਜਿਹਾ ਆਰਥਿਕ ਪੈਕੇਜ ਪੰਜਾਬ ਨੂੰ ਆ ਜਾਂਦਾ, ਅੰਮ੍ਰਿਤਸਰ ਦੀ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਵਾਸਤੇ ਸ਼ਾਇਦ ਕੁਝ ਕੀਤਾ ਜਾਂਦਾ। ਪਰ ਉਸ ਵੇਲੇ ਅਸੀਂ ਫੈਸਲਾ ਲੋਕਾਂ ਨੇ ਕੈਪਟਨ ਸਾਹਿਬ ਦੇ ਹਿੱਤ ਵਿੱਚ ਦਿੱਤਾ। ਅੱਜ ਕੈਪਟਨ ਸਾਹਿਬ ਉਸੇ ਬੀਜੇਪੀ ਦੇ ਨਾਲ ਯਾਰੀ ਪਾਉਣ ਲੱਗਿਆ, ਨਾ ਤਾਂ ਆਪਣੇ ਹਲਕਿਆਂ ਦੇ ਵੋਟਰਾਂ ਨੂੰ ਪੁੱਛਿਆ, ਕਿਉਂਕਿ ਹੁਣ ਤਾਂ ਉਹ ਹਲਕਾ ਹੀ ਛੱਡ ਗਏ, ਹਲਕਾ ਛੱਡ ਕੇ ਪਟਿਆਲੇ ਜਾ ਵੜੇ। ਹੁਣ ਤਾਂ ਉਹਨਾਂ ਦਾ ਸਰੋਕਾਰ ਰਹਿ ਗਿਆ ਪਟਿਆਲੇ ਦੇ ਨਾਲ, ਬਾਕੀ ਰਹਿ ਗਿਆ ਕਾਂਗਰਸ ਦੀ ਉੱਪਰਲੀ ਲੀਡਰਸ਼ਿਪ ਦੇ ਨਾਲ। ਤੇ ਉਹ ਵੀ 4.5 ਸਾਲ ਹੁੰਦੀ ਇਸੇ ਗੱਲ ਨੂੰ ਰਹੀ ਹੈ ਕਿ ਸਾਡੀ ਪਹੁੰਚ ਹੀ ਹੱਡੀ ਹੈ, ਤਾਂ ਉਹਨਾਂ ਦਾ ਰਾਬਤਾ ਹੀ ਕਿਸੇ ਨਾਲ ਨਹੀਂ ਹੈਗਾ। ਇਸ ਕਰਕੇ ਜਿਹੜੀ ਤੇ ਗੱਲ ਹੈ ਨਾ ਜ਼ਬਾਨ ਦੀ ਵੈਲਿਊ ਦੀ, ਉਹ ਕਿਸੇ ਗਰੀਬ ਦੀ ਤੇ ਜ਼ਬਾਨ ਹੋ ਸਕਦੀ ਹੈ, ਪਰ ਇਹਨਾਂ ਲੀਡਰਾਂ ਦੀ ਕੋਈ ਜ਼ਬਾਨ ਨਹੀਂ। ਤੇ ਕਿਰਦਾਰ ਦੇ ਪੱਖੋਂ ਜੇ ਵੇਖਿਆ ਜਾਵੇ, ਜਿਹੜੇ ਦੂਸ਼ਣ ਲੱਗ ਜਾਣੇ ਨੇ, ਦੋਸ਼ਣ ਲੱਗ ਜਾਣ ਦੇ ਨਾਲ ਕੋਈ ਬੰਦਾ ਦੋਸ਼ੀ ਨਹੀਂ ਬਣ ਜਾਂਦਾ। ਦੋਸ਼ ਵੱਡੇ ਵੱਡੇ ਲੱਗ ਜਾਂਦੇ ਨੇ। ਕਈ ਵਾਰੀ ਕਹਿੰਦੇ ਨੇ ਕਿ ਉਹ ਦੁਸ਼ਮਣੀਆਂ ਪੈਦਾ ਕਰਨ ਵਾਸਤੇ ਕੁਝ ਗੁਣ ਵੀ ਹੋਵੇ ਤੇ ਉਹ ਵੀ ਕਈ ਵਾਰੀ ਕਈ ਬੰਦੇ ਦਾ ਔਗਣ ਬਣ ਜਾਂਦਾ। ਕਈ ਵਾਰੀ ਛੋਟੀ ਉਮਰ ਦੇ ਵਿੱਚ ਵੱਡੀਆਂ ਗੱਲਾਂ ਕਰਨ ਵਾਲਾ ਬੰਦਾ ਵੀ ਵੱਡਿਆਂ ਦੀ ਨਜ਼ਰੇ ਜਿਹੜਾ ਉਹ ਬਹੁਤਾ ਸੌਖਾ ਜੱਚਦਾ ਨਹੀਂ, ਕਿਉਂਕਿ ਉਹ ਵੀ ਬਰਦਾਸ਼ਤ ਨਹੀਂ ਕਰਦੇ। ਹੁਣ ਤੁਸੀਂ ਵੇਖੋ ਜਿਵੇਂ ਸਿੱਧੂ ਸਾਹਿਬ ਦਾ ਪਿਛਲਾ ਕਿਰਦਾਰ ਰਿਹਾ, ਪਿੱਛੇ ਕਦੀ ਬਾਦਲ ਸਾਹਿਬ ਦੀਆਂ ਸਿਫਤਾਂ ਦੇ ਪੁੱਲ, ਕਦੀ ਕੈਪਟਨ ਸਾਹਿਬ ਦੀਆਂ ਸਿਫਤਾਂ ਦੇ ਪੁੱਲ ਬੰਨੀ ਜਾਣੇ, ਕਦੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਭੈੜੇ ਭੈੜੇ ਲਕਬ ਵਰਤ ਕੇ ਸੰਬੋਧਨ ਕਰਨਾ, ਵਾਜਪਾਈ ਸਾਹਿਬ ਦੇ ਤਾਰੀਫਾਂ ਦੇ ਵਿੱਚ ਸੋਲੇ ਗਾਉਣੇ, ਜੇਤਲੀ ਸਾਹਿਬ ਨੂੰ ਆਪਣੇ ਗੁਰੂ ਕਹਿਣਾ, ਫਿਰ ਵੀ ਆਪਣੇ ਆਪ ਨੂੰ ਸਟੇਜ 'ਤੇ ਖਲੋ ਕੇ ਦਮਗਜੇ ਮਾਰੀ ਜਾਣੇ ਕਿ ਇਹ ਮੇਰੀ ਜ਼ਬਾਨ ਹੈ, ਇਹ ਮੇਰੀ ਜ਼ਬਾਨ। ਮਤਲਬ ਮੈਨੂੰ ਇੱਕ ਚੀਜ਼ ਲੱਗਦੀ ਆ, ਹੋ ਸਕਦਾ ਇਹ ਚੀਜ਼ ਸਾਡੇ ਦਰਸ਼ਕਾਂ ਨੂੰ ਅਖੜੇ, ਪਰ ਮੈਨੂੰ ਸਿੱਧੂ ਦੇ ਕਿਰਦਾਰ ਦੇ ਵਿੱਚ ਸੰਜੀਦਗੀ ਨਾਲੋਂ ਜ਼ਿਆਦਾ ਹੰਕਾਰ ਨਜ਼ਰ ਆਉਂਦਾ। ਔਰ ਹਰਜੀ ਹੰਕਾਰ ਨਾ ਭਾਵੇ ਹੀ। ਮੈਂ ਤਾਂ ਇੱਕ ਚੀਜ਼ ਜਾਣਨਾ ਕਿ ਚੰਨੀ ਨੂੰ ਬਤੌਰ ਮੁੱਖ ਮੰਤਰੀ ਪ੍ਰਮੋਟ ਕਰਨ 'ਚ ਜਾਂ ਸਥਾਪਿਤ ਕਰਨ ਦੇ ਵਿੱਚ ਸਿੱਧੂ ਸਾਹਿਬ ਦੇ ਐਕਸ਼ਨ ਤੋਂ ਲੱਗਦਾ ਹੈ ਕਿ ਸਭ ਤੋਂ ਵੱਡਾ ਰੋਲ ਉਹਨਾਂ ਦਾ ਹੈ। ਪਰ 8-10 ਦਿਨ ਦੇ ਅੰਦਰ ਅੰਦਰ ਹੀ ਚੰਨੀ ਦੀ ਸੰਜੀਦਗੀ ਨੇ ਔਰ ਸਿੱਧੂ ਸਾਹਿਬ ਦੇ ਬੜਬੋਲੇਪਨ ਨੇ ਸਾਬਤ ਕਰ ਦਿੱਤਾ ਕਿ ਚੰਨੀ ਡੂੰਘਾ ਲੀਡਰ ਹੈ। ਤੇ ਜਿਹੜੇ ਦਰਖਤ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਨੇ ਨਾ, ਉਹ ਪੱਲਰਦਾ ਜ਼ਿਆਦਾ। ਕਈ ਵਾਰ ਕਈ ਪਾਮ ਟਰੀ ਇਹੋ ਜਿਹੇ ਹੁੰਦੇ ਨੇ ਜਿਹੜੇ ਸੋਹਣੇ ਤੇ ਪੌਦੇ ਲੱਗਦੇ ਆ, ਪਰ ਉਹ ਨਾ ਤੇ ਛਾਂ ਦਿੰਦੇ ਆ ਤੇ ਨਾ ਫਲ ਦਿੰਦੇ ਆ। ਜਿੰਨੀਆਂ ਕਿਸੇ ਰੁੱਖ ਦੀਆਂ ਜੜ੍ਹਾਂ ਡੂੰਘੀਆਂ ਹੋਣਗੀਆਂ ਉਨੀ ਉਹਦੀ ਛਾਂ ਵੀ ਸੰਘਣੀ। ਵਿਸ਼ੇ ਤੋਂ ਬਾਹਰ ਚਲੇ ਚੱਲੇ ਆ। ਉਹ ਚਲੋ ਲੋਕ ਇਹ ਵੀ ਕਹਿੰਦੇ ਨੇ ਕਿ ਸਿੱਧੂ ਸਾਹਿਬ ਦਾ ਇੱਕ ਨਕਾਤੀ ਪ੍ਰੋਗਰਾਮ ਹੈ ਕਿ ਪੰਜਾਬ ਦਾ ਸੀਐਮ ਬਣਨਾ, ਬਸ ਕਿਵੇਂ ਬਣਨਾ ਜਾਂ ਨਹੀਂ ਬਣਨਾ ਇਹ ਉਹ ਸਾਡੇ ਤੋਂ ਬਿਹਤਰ ਜਾਣਦੇ ਆ। ਪਰ ਮੈਂ ਮੁੜ ਕੇ ਉਹਨਾਂ ਚਾਹੁੰਦਾ ਕਿ ਜੇ ਸਿੱਧੂ ਸਾਹਿਬ ਦੀ ਆਪਾਂ ਇੰਨੀਆਂ ਗੱਲਾਂ ਕੀਤੀਆਂ ਕਿ ਉਹਨਾਂ ਦਾ ਲੱਗਦਾ ਆ ਬੜਬੋਲੇਪਣ ਤੋਂ ਕਿ ਉਹ ਸੰਜੀਦਗੀ ਨਹੀਂ ਰੱਖਦੇ, ਫਿਰ ਮਜੀਠੀਆ ਸਾਹਿਬ ਦਾ ਜਿਹੜਾ ਬੀਤਿਆ ਸਮਾਂ ਆ ਸਿਆਸਤ ਦਾ, ਉਹ ਕੈਬਨਿਟ ਵਜ਼ੀਰ ਵੀ ਰਹੇ ਨੇ, 10 ਸਾਲ ਅਕਾਲੀ ਸਰਕਾਰ ਰਹੀ ਆ ਤੇ ਉਹ ਸਿੱਧੇ ਰੂਪ 'ਚ ਪਾਵਰ ਉਹਨਾਂ ਦੇ ਹੱਥ ਹੀ ਰਹੀ ਆ, ਕਿਉਂਕਿ ਪਰਿਵਾਰਵਾਦ ਸੀ ਉਹਨਾਂ ਤੋਂ, ਕੋਈ ਪਾਸੇ ਬਾਹਰ ਨਹੀਂ ਸੀ ਪੰਜਾਬ ਦਾ, ਜਾਂ ਕੋਈ ਵਿਕਾਸ ਦੀ ਗੱਲ ਹੁੰਦੀ ਸੀ ਜਾਂ ਕੋਈ ਹੋਰ ਲੋਕ ਮੁੱਦਿਆਂ ਦੀ ਗੱਲ ਹੁੰਦੀ ਸੀ। ਉਹਨਾਂ ਦੇ ਕਿਰਦਾਰ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ ਕਿ ਸਿੱਧੂ ਸਾਹਿਬ ਦੇ ਮੁਕਾਬਲੇ ਉਹਨਾਂ ਦਾ ਕਿਰਦਾਰ ਕਿੱਥੇ ਖੜਾ ਹੈ? ਵੇਖੋ, ਕਿਰਦਾਰ ਦੀ ਜੇ ਗੱਲ ਕਰੀਏ ਤੇ ਜਿਹੜਾ ਕਿਰਦਾਰ ਇਸ ਵੇਲੇ ਦੂਸ਼ਣਬਾਜ਼ੀ ਦਾ ਸ਼ਿਕਾਰ ਹੋ ਗਿਆ, ਭਾਵ ਕ੍ਰਿਮੀਨਲ ਰਿਕਾਰਡ ਨਾਲ ਜੁੜਦਾ ਜਾਵੇ, ਜਿੰਨੀ ਦੇਰ ਤੱਕ ਅਦਾਲਤ ਸਜ਼ਾ ਨਹੀਂ ਦਿੰਦੀ ਆਪਾਂ ਕਿਸੇ ਨੂੰ ਦੋਸ਼ੀ ਮੰਨ ਨਹੀਂ ਸਕਦੇ। ਪਰ ਬਦਕਿਸਮਤੀ ਨਾਲ ਜਦੋਂ ਦੋਸ਼ ਲੱਗ ਜਾਂਦੇ ਆ ਤੇ ਉਹਨਾਂ ਦੋਸ਼ਾਂ ਤੋਂ ਬਚ ਸਕਣਾ ਵੀ ਬੜਾ ਔਖਾ ਹੋ ਜਾਂਦਾ, ਕਿਉਂਕਿ ਚਿਹਰਾ ਤਾਂ ਇੱਕ ਵਾਰ ਦਾਗੀ ਹੋ ਗਿਆ ਨਾ। ਜਦੋਂ ਚਿਹਰਾ ਦਾਗੀ ਹੋ ਗਿਆ ਤੇ ਜਦੋਂ ਇਹ ਦਾਗ ਧੁੱਪਣਗੇ ਪਤਾ ਉਦੋਂ ਲੱਗੂ। ਤੇ ਇਹ ਦਾਗ ਲਾਉਣ ਦੇ ਵਿੱਚ ਕਿਤੇ ਨਾ ਕਿਤੇ ਆਪਣਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ। ਪਰ ਇੱਕ ਗੱਲ ਤਾਂ ਹੈਗੀ ਹੈ, ਕਿਤੇ ਨਾ ਕਿਤੇ ਅੱਗ ਹੋਵੇ ਤੇ ਚੰਗਿਆੜੀ ਨਿਕਲਦੀ ਹੈ, ਕਿਤੇ ਨਾ ਕਿਤੇ ਧੂੰਆਂ ਉੱਥੋਂ ਹੀ ਨਿਕਲਦਾ ਜਿੱਥੇ ਚੰਗਿਆੜੀ ਹੁੰਦੀ ਹੈ। ਉਹ ਚਾਹੇ ਸਿੱਧੇ ਰੂਪ 'ਚ ਹੋਵੇ ਚਾਹੇ ਅਸਿੱਧੇ ਰੂਪ ਦੇ ਵਿੱਚ ਹੋਵੇ, ਕੁਛ ਨਾ ਕੁਛ ਤੇ ਉਹਦੇ ਬਾਹਰ ਨੂੰ ਬੰਨ੍ਹਣੇ ਪੈਂਦੇ, ਕੁਝ ਨਾ ਕੁਝ ਤੇ ਉਹਦੇ ਕਾਰਨ ਬਣਦੇ ਨੇ। ਕਈ ਵਾਰ ਬਹੁਤੇ ਵੱਡੇ ਲੀਡਰ ਜਿਹੜੇ ਆ ਉਹਨਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਸਾਡੇ ਨਾਲ ਕਿਹੜਾ ਖਲੋ ਕੇ ਫੋਟੋਆਂ ਖਿਚਾ ਗਿਆ, ਕੀ ਕਰ ਗਿਆ, ਕੀ ਨਹੀਂ ਕਰ ਗਿਆ। ਪਰ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ, ਹੁਣ ਅਦਾਲਤ ਦੇ ਵਿੱਚ ਤਾਂ ਉਹ ਸਾਬਤ ਕਰਨ ਦੇ ਉੱਤੇ ਲੱਗੇ ਹੋਏ ਕਿ ਇਹਦੇ 'ਚ ਪੋਲੀਟੀਕਲ ਵੈਂਡੇਟਾ ਹੈ। ਆਉਣ ਵਾਲਾ ਸਮਾਂ ਦੱਸੂਗਾ ਇਹਦੇ ਵਿੱਚ ਕਿੰਨੀ ਵੈਂਡੇਟਾ ਹੈ ਔਰ ਕਿੰਨੀ ਸੱਚਾਈ ਆ। ਪਾਕ ਸਾਫ ਤਾਂ ਹੋ ਹੀ ਜਾਣਾ। ਇੱਕ ਤੇ ਫੋਟੋਆਂ ਕਰਾ ਲੈਣੀਆਂ, ਹੁਣ ਆਪਾਂ ਵੀ ਬੈਠੇ ਆ ਇੱਕ ਦੂਜੇ ਦੇ ਘਰ ਆਉਣ ਜਾਣ, ਫੋਟੋਆਂ ਕਰਾ ਲੈਣੀਆਂ ਪ੍ਰੋਗਰਾਮਾਂ ਦੇ ਉੱਤੇ, ਜਨਤਕ ਥਾਵਾਂ ਦੇ ਉੱਤੇ, ਕੋਈ ਬਹੁਤੇ ਮਾਇਨੇ ਨਹੀਂ ਰੱਖਦੀਆਂ।
ਪਰ ਜਦੋਂ ਅਸੀਂ ਉਹਨਾਂ ਨੂੰ VIP ਸਿਕਿਉਰਿਟੀ ਦਿੰਦੇ, ਆਪਣੇ ਘਰਾਂ 'ਚ ਬਿਠਾਉਂਦੇ ਆ, ਆਪਣੇ ਨਿੱਜੀ ਪ੍ਰੋਗਰਾਮਾਂ 'ਚ ਸ਼ਾਮਲ ਕਰਦੇ ਆ, ਤੇ ਕਿਤੇ ਨਾ ਕਿਤੇ ਅਸੀਂ ਉਹਦੇ ਕਿਰਦਾਰ ਬਾਰੇ ਜਾਣਦੇ ਹੁੰਦੇ ਨੇ ਕਿ ਬੰਦਾ ਇਹਦਾ ਕੰਮ ਕੀ ਹੈ, ਬਿਲਕੁਲ ਕਿੱਥੇ ਸਟੈਂਡ ਕਰਦਾ। ਬਿਲਕੁਲ ਉਹ ਤੋਂ ਤੇ ਮੁਨਕਰ ਨਹੀਂ ਨਾ ਹੋਇਆ ਜਾ ਸਕਦਾ। ਨਾ ਕਦੀ ਵੀ ਨਹੀਂ ਹੋ ਸਕਦਾ। ਔਰ ਇਹਨਾਂ ਚੀਜ਼ ਇਹ ਵੇਖੋ, ਇਹਨਾਂ ਚੀਜ਼ਾਂ ਦਾ ਹੀ ਖਮਿਆਜਾ ਅੱਜ ਵਾਲੇ ਹਾਲਾਤ ਨੇ ਜੀ। ਜੇ ਇਹਨਾਂ ਚੀਜ਼ਾਂ ਤੋਂ ਬਚਿਆ ਹੁੰਦਾ, ਇਹਨਾਂ ਚੀਜ਼ਾਂ ਨੂੰ ਅਵਾਇਡ ਕੀਤਾ ਹੁੰਦਾ, ਤੇ ਅੱਜ ਇਹਨਾਂ ਸੰਗੀਨ ਦੋਸ਼ਾਂ ਦਾ ਸਾਹਮਣਾ ਸ਼ਾਇਦ ਨਾ ਕਰਨਾ ਪਏ। ਸੋ ਮੈਂ ਨਾ ਵੱਖ-ਵੱਖ ਹਲਕਿਆਂ ਦੇ ਬਾਰੇ ਜਾਣਕਾਰੀ ਵੈਸੇ ਲੈਂਦੇ ਰਹੀਦਾ, ਜਿਹੜੇ ਸਾਡੇ ਕੋਈ ਸੋਰਸ ਹੁੰਦੇ ਨੇ, ਸਾਡੇ ਸੱਜਣ ਸਨੇਹੀ ਹੁੰਦੇ ਆ। ਮਜੀਠਾ ਹਲਕੇ ਬਾਰੇ ਵੀ ਮੈਂ ਗੱਲਬਾਤ ਕੀਤੀ ਕਿ ਯਾਰ ਐਡੇ ਵੱਡੇ ਇਲਜ਼ਾਮ ਨੇ, ਇਹ ਸੱਚਾਈ ਕਿੰਨੀ ਕੁ ਹੈ? ਉਹ ਕਹਿੰਦੇ ਸੱਚਾਈ ਦਾ ਤਾਂ ਪਤਾ ਨਹੀਂ ਹੈ, ਪਰ ਜੇ ਨਸ਼ੇ ਦੀ ਗੱਲ ਕਰੀਏ ਤਾਂ ਨਸ਼ਾ ਸਾਡੇ ਹਲਕੇ 'ਚ ਵੀ ਆਮ ਹਲਕਿਆਂ ਵਾਂਗ ਹੀ ਆ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜਿਸ ਤਰ੍ਹਾਂ ਦੂਜੇ ਹਲਕਿਆਂ ਦਾ ਪਤਾ ਲੱਗਦਾ ਹੈ ਜਾਂ ਪੰਜਾਬ ਦਾ ਪਤਾ ਫਲਾਣੇ ਦਾ ਨਸ਼ਾ ਵਿਕਦਾ ਹੈ ਜਾਂ ਕਰਦਾ ਆ, ਉਹ ਕਹਿੰਦੇ ਇੱਥੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਚਲੋ ਇਹ ਸਾਡੇ ਤੋਂ ਬਿਹਤਰ ਜਾਣਦੇ ਆ ਕਿ ਉੱਥੇ ਹੈ ਜਾਂ ਨਹੀਂ ਹੈ। ਸੋ ਤੁਸੀਂ ਕੋਰਟ ਦੀ ਗੱਲ ਕੀਤੀ ਆ ਕਿ ਅਦਾਲਤਾਂ ਦੇ ਵਿੱਚ ਕੇਸ ਚਲੇ ਜਾਂਦੇ ਆ ਜਦੋਂ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗਦੇ ਆ, ਪਰ ਮਾਣਯੋਗ ਅਦਾਲਤਾਂ ਤੋਂ ਬਾਅਦ ਵੀ ਇੱਕ ਲੋਕਾਂ ਦੀ ਅਦਾਲਤ ਹੁੰਦੀ ਹੈ ਕਿ ਜਦੋਂ ਕਿਸੇ ਦੇ ਐਲੀਗੇਸ਼ਨ ਲੱਗਦੇ ਆ ਨਾ, ਤੇ ਲੋਕਾਂ ਦਾ ਇੱਕ ਲੋਕਾਂ 'ਚ ਪ੍ਰਭਾਵ ਅਜਿਹਾ ਚੱਲ ਜਾਂਦਾ, ਲੋਕ ਇੱਕ ਆਪਣੀ ਲੋਕ ਰਾਏ ਜਿਹੀ ਬਣਾ ਲੈਂਦੇ ਆ ਕਿ ਇਹ ਜਿਹੜਾ ਅਦਾਲਤ ਦੋਸ਼ੀ ਦਵੇ ਨਾ ਦਵੇ, ਪਰ ਸਾਡੀ ਨਜ਼ਰ 'ਚ ਇਹ ਦੋਸ਼ੀ ਹੈ। ਕਿਤੇ ਉਹ ਜਿਹੜਾ ਪ੍ਰਭਾਵ ਲੋਕਾਂ ਦਾ ਆ, ਉਹ ਮਜੀਠੀਆ ਸਾਹਿਬ ਨੂੰ ਲੈ ਨਾ ਬੈਠੇ ਪੂਰਬੀ ਹਲਕੇ ਦੇ। ਇਹ ਤਾਂ ਵੇਖੋ ਭਵਿੱਖ ਦੇ ਗਰਭ ਦੇ ਵਿੱਚ ਹੈ, ਇਹਦੇ ਬਾਰੇ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਬਾਕੀ ਇਹਨਾਂ ਦੋਸ਼ਾਂ ਦਾ ਸਾਹਮਣਾ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਵੀ ਮਜੀਠੀਆ ਨੇ ਕੀਤਾ, ਪਰ ਉਹਦੇ ਤੋਂ ਬਾਅਦ ਲੋਕਾਂ ਦੀ ਅਦਾਲਤ ਨੇ ਫਤਵਾ ਉਹਦੇ ਹੱਕ ਵਿੱਚ ਦਿੱਤਾ। ਬਿਲਕੁਲ, ਅਦਾਲਤ ਨੇ ਵੀ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ, ਔਰ ਲੋਕਾਂ ਨੇ ਵੀ ਫਤਵਾ ਜਿਹੜਾ ਵੱਧ ਚੜ੍ਹ ਕੇ ਉਹਦੇ ਹੱਕ ਵਿੱਚ ਦਿੱਤਾ, ਔਰ ਉਹਨੂੰ ਇਹ ਕਹਿਣ ਦਾ ਮੌਕਾ ਮਿਲਿਆ ਕਿ ਨਾ ਤਾਂ ਮੇਰੇ ਖਿਲਾਫ ਕੋਈ ਅਦਾਲਤ 'ਚ ਕੇਸ ਹੈ, ਤੇ ਜੇ ਲੋਕ ਕਚਹਿਰੀ ਦੀ ਗੱਲ ਕਰਦੇ ਹੋ ਤਾਂ ਮੈਂ ਲੋਕ ਕਚਹਿਰੀ ਤੋਂ ਵੀ ਬਾਇਜ਼ਤ ਬਰੀ ਹੋ ਕੇ ਜੇਤੂ ਜਰਨੈਲ ਦੇ ਰੂਪ ਵਿੱਚ ਸਾਹਮਣੇ ਆਇਆ। ਇਹ ਇਸ ਵੇਲੇ ਜਿਹੜੇ ਸੰਤੋਸ਼ ਆ ਸੰਗੀਨ ਹੋ ਗਏ ਆ, ਤਿੱਖੇ ਹੋ ਗਏ। ਹੁਣ ਜਿਹੜੀ ਲੜਾਈ ਆ ਉਹ ਤਿੱਖੀ ਹੋ ਗਈ ਆ, ਪਰ ਸਮਾਂ ਹੀ ਦੱਸੇਗਾ ਇਹਦਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਕਿਉਂਕਿ ਵੇਖੋ ਅਦਾਲਤੀ ਮਾਮਲਾ, ਇਹਦੇ ਤੇ ਬਹੁਤੀ ਟਿੱਪਣੀ ਕਰਨੀ ਮੈਂ ਸਮਝਦਾ ਸ਼ਾਇਦ ਸਾਡੇ ਲਈ ਕੋਈ ਵਾਜਬ ਨਹੀਂ ਹੋਊਗੀ। ਅਸੀਂ ਉਹ ਚੈਲੰਜ ਨਹੀਂ ਕਰਦੇ ਅਦਾਲਤਾਂ ਦੇ ਮਾਮਲੇ ਨੂੰ, ਅਸੀਂ ਉਹਦੇ ਅਧੀਨ ਹੀ ਆਉਂਦੇ ਆ, ਸਾਡਾ ਵੀ ਸਿਰ ਝੁਕਦਾ ਹੈ ਮਾਨਯੋਗ ਅਦਾਲਤਾਂ ਨੂੰ। ਪਰ ਪਹਿਲਾਂ ਕਿਸੇ ਕੋਰਟ 'ਚ ਨਹੀਂ ਸੀ ਮਸਲਾ ਗਿਆ, ਹੁਣ ਤਾਂ ਅਦਾਲਤਾਂ ਚਲੇ ਗਿਆ, ਹੁਣ ਤਾਂ ਗੱਲ ਕਰਨੀ ਬਣਦੀ ਹੈ ਨਾ। ਨਹੀਂ, ਪਹਿਲਾਂ ਵੀ ਬਾਰ ਸਾਹਿਬ ਕੋਰਟ 'ਚ ਗਿਆ ਸੀ ਜਦੋਂ ਕੇਜਰੀਵਾਲ ਨੇ ਮਾਫੀ ਮੰਗੀ ਹੈ, ਉਦੋਂ ਵੀ ਕੋਰਟ 'ਚ ਹੀ ਮਾਫੀ ਮੰਗੀ। ਕੇਜਰੀਵਾਲ ਨੇ ਜਾ ਕੇ ਕੋਰਟ 'ਚ ਮਾਫੀ ਮੰਗੀ, ਔਰ ਹਲੇ ਉਸੇ ਕੇਸ ਦੇ ਸੰਬੰਧ ਦੇ ਵਿੱਚ ਹੀ ਸ਼ਾਇਦ ਸੰਜੇ ਸਿੰਘ ਤੇ ਭਗਵੰਤ ਮਾਨ ਉਹ ਸਾਹਮਣਾ ਕਰ ਰਹੇ ਨੇ ਦੋਸ਼ਾਂ ਦਾ, ਉਹ ਵੀ ਮਾਮਲਾ ਕੋਰਟ ਵਿੱਚ ਹੀ ਚੱਲ ਰਿਹਾ। ਹੁਣ ਇਹ ਹੈ ਕਿ ਇਹਨਾਂ ਚਿਹਰਿਆਂ ਦੇ ਮਗਰ, ਇਹਨਾਂ ਨਿੱਜੀ ਚਿਹਰਿਆਂ ਦੀ ਜਿਹੜੀ ਲੜਾਈ ਹੈ, ਉਹਨਾਂ ਦੇ ਮਗਰ ਲੋਕ ਮੁੱਦੇ ਗੁੰਮ ਕੇ ਨਾ ਰਹਿ ਜਾਣ। ਪੰਜਾਬ ਫਿਰ ਨਹੀਂ, ਗੁੰਮ ਕੇ ਤੇ ਰਹਿ ਗਏ, ਗੁੰਮ ਕੇ ਤਾਂ ਰਹਿ ਗਏ। ਵੇਖੋ ਮਤਲਬ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਇਹਨਾਂ ਨੂੰ ਹੁਣ ਵੇਖੋ ਸਾਰੇ ਪੰਜਾਬ ਦਾ ਧਿਆਨ ਇੱਕ ਸੀਟ ਦੇ ਉੱਤੇ ਕੇਂਦਰਿਤ ਕਰਕੇ, ਤੇ ਮੁੱਦਿਆਂ ਦੀ ਤੇ ਗੱਲ ਹੀ ਕੋਈ ਨਹੀਂ। ਹੁਣ ਤਾਂ ਵੇਖੋ ਸੁਪਰੀਮ ਕੋਰਟ ਨੇ ਵੀ ਇਲੈਕਸ਼ਨ ਕਮਿਸ਼ਨ ਨੂੰ ਤੇ ਭਾਰਤ ਸਰਕਾਰ ਨੂੰ ਇਹ ਨੋਟਿਸ ਜਾਰੀ ਕਰ ਦਿੱਤਾ ਕਿ ਲੋਕਾਂ ਦੇ ਪੈਸੇ ਦੀ ਤੁਸੀਂ ਫ੍ਰੀ ਵਿੱਚ ਲਾਲਚ ਦੇ ਰੂਪ ਵਿੱਚ ਵਰਤੋਂ ਕਰਕੇ ਆਪਣੀਆਂ ਵੋਟਾਂ ਕਿਵੇਂ ਹਥਿਆ ਸਕਦੇ ਹੋ। ਹੈ ਤਾਂ ਇਹ ਲੋਕ ਸਰਮਾਇਆ ਨਾ। ਬਿਲਕੁਲ, ਇਹਨਾਂ ਲੀਡਰਾਂ ਨੂੰ ਤਾਂ ਕਿਸੇ ਨੇ ਹੱਕ ਨਹੀਂ ਦੇ ਦਿੱਤਾ ਨਾ ਵੀ ਤੁਸੀਂ ਆਪਣੀ ਕੁਰਸੀ ਬਚਾਉਣ ਵਾਸਤੇ ਲੋਕਾਂ ਦੇ ਪੈਸੇ ਦੀ ਨਜਾਇਜ਼ ਦੁਰਵਰਤੋਂ ਕਰੋ। ਔਰ ਇਹਨਾਂ ਦੀ ਇਸ ਨਜਾਇਜ਼ ਦੁਰਵਰਤੋਂ ਨੇ ਪੰਜਾਬ ਨੂੰ ਅੱਜ 3 ਲੱਖ ਕਰੋੜ ਦਾ ਕਰਜ਼ਾਈ ਕਰ ਦਿੱਤਾ। ਇਹਦੇ 'ਚ ਲੋਕਾਂ ਦਾ ਤੇ ਕੋਈ ਰੋਲ ਨਹੀਂ, ਲੋਕਾਂ ਨੇ ਤੇ ਆਪਣੇ ਆਪਣੇ ਟੈਕਸ ਦਿੱਤੇ ਨੇ। ਜੇ ਇਹ ਕਰਜ਼ਾਈ ਪੰਜਾਬ ਹੋਇਆ ਤੇ ਅੱਜ ਇਹਨਾਂ ਨੀਤੀ ਘਾੜਿਆਂ ਦੀ ਵਜ੍ਹਾ ਕਰਕੇ ਹੋਇਆ, ਤੇ ਨੀਤੀ ਸਾਡੀ ਅੱਜ ਵੀ ਕੋਈ ਨਹੀਂ। ਅੱਜ ਇਲੈਕਸ਼ਨ ਆ ਗਈ ਆ, ਅੱਜ ਵੀ ਅਸੀਂ ਕਿਸੇ ਦੇ ਨੀਤੀ ਪ੍ਰੋਗਰਾਮ ਨੂੰ ਨਹੀਂ ਵੇਖ ਰਹੇ ਕਿ ਕਿਸੇ ਨੇ ਨੀਤੀ ਪ੍ਰੋਗਰਾਮ ਕੀ ਦਿੱਤਾ। ਔਰ ਲੀਡਰ ਵੀ ਇਹ ਚੀਜ਼ ਸਮਝਦੇ ਆ ਵੀ ਸਾਡੇ ਕੋਲੋਂ ਨੀਤੀ ਕਿਸੇ ਨੇ ਨਹੀਂ ਪੁੱਛਣੀ, ਅਸੀਂ ਇਹਨਾਂ ਨੂੰ ਫ੍ਰੀ ਦੇ ਲੋਲੀਪੌਪ ਦਈਏ। ਇੱਕ ਐਡਾ ਕ ਦਿੰਦਾ ਤੇ ਦੂਜਾ ਉਹਦੇ ਨੂੰ ਵੱਡਾ ਦਿੰਦਾ, ਤੀਜਾ ਉਹਦੇ ਨੂੰ ਵੱਡਾ ਦਿੰਦਾ, ਤੇ ਹੋ ਸਕਦਾ ਚੌਥਾ ਐਡਾ ਵੱਡਾ ਦੇ ਦੇ ਵੀ ਮੂੰਹ 'ਚ ਹੀ ਨਾ ਆਵੇ। ਐਡਾ ਵੱਡਾ ਲੋਲੀਪੌਪ ਹੋਵੇ, ਵਰਾਛਾਂ ਹੀ ਪੜਵਾ ਕੇ ਬਹਿ ਜਾਓ। ਹਾਲਤ ਇਹ ਹੋਣ ਡਈ ਆ ਕਿ ਪੰਜਾਬ ਦੇ ਵਿੱਚੋਂ ਪੰਜਾਬ ਗਾਇਬ ਹੋ ਗਿਆ। ਇਹਨਾਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਕੋਈ ਮੁੱਦਾ ਰਿਹਾ ਹੀ ਨਹੀਂ। ਪਰ ਉਹੀ ਮਾਹੌਲ ਪਹਿਲਾਂ ਵਾਲੇ ਚੱਲਦਾ ਆ ਰਿਹਾ, ਬਸ ਉਹ ਕੁਝ ਚਿਹਰੇ ਬਦਲ ਗਏ ਨੇ। ਨਹੀਂ, ਮੈਨੂੰ ਤਾਂ ਇਦਾਂ ਲੱਗਦਾ ਕਿ ਅੱਗੇ ਨਾਲੋਂ ਵੀ ਨਿਵਾਣ 'ਚ ਚਲਾ ਗਿਆ। ਹੁਣ ਚਲੋ ਸਿੱਧੂ ਸਾਹਿਬ ਦੀ, ਮਜੀਠੀਆ ਸਾਹਿਬ ਦੀ ਗੱਲ ਕੀਤੀ ਆ, ਲੋਕ ਕੀ ਫੈਸਲਾ ਕਰਦੇ ਆ, ਲੋਕਾਂ ਦੇ ਹੱਥ ਵਸਿਆ ਕਿ ਸਿੱਧੂ ਸਾਹਿਬ ਦਾ ਪਲੜਾ ਭਾਰੀ ਰਹਿੰਦਾ ਜਾਂ ਮਜੀਠੀਆ ਸਾਹਿਬ ਦਾ ਰਹਿੰਦਾ। ਉਹ ਸਾਡੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਨੇ। ਇਹ ਵੀ ਹੋ ਸਕਦਾ ਇਹਨਾਂ ਦੋਵਾਂ ਦੀ ਲੜਾਈ ਦੇ ਵਿੱਚ ਦਾ ਆਪ ਵਾਲੇ ਦਾ ਲੱਗ ਜਾਏ ਜਾਂ ਕਿਸੇ ਹੋਰ ਤੀਸਰੇ ਬੰਦੇ ਦਾ ਦਾ ਲੱਗ ਜਾਏ। ਕੁਝ ਨਹੀਂ ਕਿਹਾ ਜਾ ਸਕਦਾ ਹੁੰਦਾ, ਕਿਉਂਕਿ ਜਦੋਂ ਲੋਕ ਫੈਸਲਾ ਕਰਨ ਦੇ ਉੱਤੇ ਆ ਜਾਣ ਤੇ ਲੋਕ ਚੰਦ ਘੜੀਆਂ ਪਹਿਲਾਂ ਫੈਸਲਾ ਕਰ ਲੈਂਦੇ ਹੁੰਦੇ। ਕਈ ਵਾਰ ਵੋਟਿੰਗ ਮਸ਼ੀਨ ਦੇ ਕੋਲ ਜਾ ਕੇ ਵੀ ਬੰਦਾ ਫੈਸਲਾ ਕਰ ਲੈਂਦਾ ਵੀ ਮੈਂ ਜਿਹੜਾ ਘਰੋਂ ਮਨ ਬਣਾ ਕੇ ਆਇਆ ਉਹਨੂੰ ਬਦਲ ਕੇ ਆ ਨਹੀਂ, ਮੈਂ ਆਹ ਕਰਦੇ ਆ। ਇਸ ਕਰਕੇ ਇਹ ਤਾਂ ਲੋਕਾਂ ਦੇ ਵਾਸਤੇ ਆ ਕਿ ਲੋਕਾਂ ਨੇ ਮੇਰੇ ਖਿਆਲ ਤਾਂ ਵੀ ਸੌਖਾ ਹੁੰਦਾ ਸੀ ਕਿ ਲੜਾਈ ਅਕਾਲੀ ਤੇ ਕਾਂਗਰਸ ਵਿੱਚ ਹੁੰਦੀ ਸੀ। ਜੇ ਇੱਕ ਤੋਂ ਨਾਰਾਜ਼ ਹੁੰਦੇ ਸੀ ਤਾਂ ਦੂਜੇ ਨੂੰ ਪਾ ਦਿੰਦੇ ਸੀ। ਹੁਣ 4 ਧਿਰਾਂ ਨੇ ਉੱਥੇ ਵੀ, ਭਾਜਪਾ ਨੇ ਵੀ ਆਪਣਾ ਉਮੀਦਵਾਰ ਨਹੀਂ ਜੀ। ਇਹ ਤੇ ਬਹੁਤ ਕੋਨੇ ਮੁਕਾਬਲੇ ਹੋ ਗਏ, ਹੱਟੀਆਂ ਬਹੁਤੀਆਂ ਹੋ ਗਈਆਂ। ਸੌਦਾ ਚੰਗਾ ਮਿਲੇਗਾ, ਵਾਜਬ ਰੇਟ 'ਚ ਮਿਲੇਗਾ, ਲੋਕਾਂ ਨੂੰ ਵੀ ਇਹ ਸਹੂਲਤ ਹੋ ਗਈ ਆ।
ਉਹ ਕਹਿੰਦੇ ਨੇ ਨਾ ਕਿ ਅੱਗੇ ਟਿਕਟ ਲੈਣ ਲਈ ਜਿਹੜੇ ਆ ਉਮੀਦਵਾਰ ਆ ਇਹ ਹਾੜੇ ਕੱਢ ਦਿੰਦੇ ਸੀ ਪਾਰਟੀਆਂ ਦੇ। ਹੁਣ ਪਾਰਟੀਆਂ ਉਮੀਦਵਾਰ ਲੱਭਣ ਲਈਆਂ ਨੇ। ਪਾਰਟੀਆਂ ਜਿਹੜੀਆਂ ਉਹ ਅਪਰੋਚ ਕਰਦੀਆਂ ਪਈਆਂ ਕਿ ਸਾਡੀ ਟਿਕਟ ਤੋਂ ਲੜ ਲਓ, ਸਾਡੀ ਟਿਕਟ ਤੋਂ ਲੜ ਲਓ। ਹੁਣ ਪਾਰਟੀਆਂ ਅਪਰੋਚ ਕਰ ਰਹੀਆਂ। ਹੁਣ ਕਾਂਗਰਸ ਦੀ ਕੀ ਸਥਿਤੀ ਆ ਕਿ ਸਿੱਧੂ ਸਾਹਿਬ ਦਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਇੱਕ ਨਕਾਤੀ ਪ੍ਰੋਗਰਾਮ ਆ ਕਿ ਮੈਨੂੰ ਸੀਐਮ ਅਨਾਉਂਸ ਕਰੋ। ਕੱਲ ਜਲੰਧਰ 'ਚ ਪ੍ਰੈਸ ਕਾਨਫਰੰਸ ਹੋਈ ਹੈ ਰਾਹੁਲ ਗਾਂਧੀ ਜੀ ਦੀ, ਉਹ ਵੀ ਕੋਈ ਜਿਹੜਾ ਆ ਕੋਈ ਸਪਸ਼ਟ ਨਹੀਂ ਕਰਕੇ ਗਏ ਕਿ ਕਿਹਨੂੰ ਜਿਹੜਾ ਸੀਐਮ ਆ ਉਹ ਅਨਾਉਂਸ ਕੀਤਾ ਜਾਊਗਾ। ਤੇ ਇਸ ਤਰ੍ਹਾਂ ਹੀ ਜੇ ਚੱਲਦਾ ਰਿਹਾ ਤੇ ਦਿਨ ਤਾਂ 2 ਰਹਿ ਗਏ ਵਿੱਚ ਨੋਮੀਨੇਸ਼ਨ ਦੇ, ਤੇ ਸਿੱਧੂ ਸਾਹਿਬ ਕੋਈ ਹੋਰ ਨਾ ਫੈਸਲਾ ਲੈ ਜਾਣ, ਕਿਤੇ ਮੌਨ ਨਾ ਧਾਰ ਲੈਣ। ਵੇਖੋ ਅਜੇ ਤੱਕ ਤੇ ਕਾਂਗਰਸ ਮੇਰਾ ਖਿਆਲ ਪੂਰੇ ਕੈਂਡੀਡੇਟ ਵੀ ਆਪਣੇ ਜਿਹੜੇ ਅਨਾਉਂਸ ਨਹੀਂ ਕਰ ਸਕੀ, ਅਜੇ ਪੂਰੇ ਨਹੀਂ ਕਰ ਸਕੀ। ਔਰ ਜਿੰਨੇ ਕੁ ਅਨਾਉਂਸ ਕੀਤੇ ਨੇ ਉਹਦੇ ਵਿੱਚ ਵੀ ਕਈ ਹਲਕਿਆਂ ਦੇ ਵਿੱਚ ਕਲੇਸ਼ ਪੈ ਗਿਆ। ਔਰ ਕਈ ਜਿਹੜੇ ਬੜੇ ਦਿੱਗਜ ਲੀਡਰ ਨੇ, ਭਾਵ ਕਈ ਵਾਰ ਜਿੱਤ ਚੁੱਕੇ, ਵਜ਼ਾਰਤਾਂ ਹੰਢਾ ਚੁੱਕੇ ਔਰ ਹੰਢਾ ਰਹੇ ਨੇ, ਉਹ ਵੀ ਪਾਰਟੀ ਦੇ ਅਨੁਸ਼ਾਸਨ ਚੋਂ ਕਿਤੇ ਨਾ ਕਿਤੇ ਬਾਹਰ ਹੁੰਦੇ ਨਜ਼ਰ ਆ ਰਹੇ। ਔਰ ਹੁਣ ਨਵਾਂ ਨਾਂ ਤ੍ਰਿਪਤ ਰਜਿੰਦਰ ਬਾਜਵਾ ਜੀ ਦਾ ਵੀ ਜੁੜ ਗਿਆ ਉਹਦੇ ਵਿੱਚ। ਔਰ ਜਦੋਂ ਏਡੇ ਵੱਡੇ ਚਿਹਰੇ ਅਨੁਸ਼ਾਸਨ ਭੰਗ ਕਰਦੇ, ਇਹਦਾ ਮਤਲਬ ਇਹ ਆ ਕਿ ਪਰਿਵਾਰ ਦਾ ਮੁਖੀ ਕਮਜ਼ੋਰ ਹੈ, ਇਹਦਾ ਪਰਿਵਾਰ ਚੰਗਾ ਨਹੀਂ ਚੱਲ ਰਿਹਾ। ਇਹਦਾ ਮਤਲਬ ਹੈ ਵੀ ਤੁਹਾਡੇ ਤੇ ਕੰਟਰੋਲ ਨਹੀਂ ਹੈਗਾ। ਵੇਖੋ ਕਿਸੇ ਘਰ ਦੇ ਵਿੱਚ ਵੀ ਭਰਾ ਉਦੋਂ ਹੀ ਲੜਦੇ ਆ ਜਦੋਂ ਮਾਂ-ਬਾਪ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਤੋਂ ਕਿਤੇ ਨਾ ਕਿਤੇ ਖੁੰਝ ਜਾਂਦੇ ਆ। ਉਹਨਾਂ ਦੀ ਤਰਬੀਅਤ ਦੇ ਵਿੱਚ ਕਿਤੇ ਨਾ ਕਿਤੇ ਕੁਝ ਨਾ ਕੁਝ ਕਮੀ ਪੇਸ਼ੀ ਰਹਿ ਜਾਂਦੀ ਆ। ਇਹਨਾਂ ਲੋਕਾਂ ਦਾ ਨਾਰਾਜ਼ ਹੋਣਾ ਇਹ ਦਰਸਾਉਂਦਾ ਕਿ ਜਾਂ ਤਾਂ ਇਹਨਾਂ ਦੀਆਂ ਲਾਲਸਾਵਾਂ ਵਿਤੋਂ ਵੱਧ ਗਈਆਂ ਨੇ ਤੇ ਜਾਂ ਇਹਨਾਂ ਦੇ ਉੱਪਰ ਕੁੰਡਾ ਜਿਹੜਾ ਉਹ ਘਟ ਗਿਆ। ਉਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਅਫੜਾ ਤਫੜੀ ਜੀ ਇੱਕ ਤਰ੍ਹਾਂ ਦੀ ਫੈਲ ਗਈ ਆ। ਤੇ ਜੇ ਕਾਂਗਰਸ ਇਸੇ ਤਰ੍ਹਾਂ ਦੀ ਆਪਣੀ ਅੰਦਰੂਨੀ ਜੰਗ ਦੇ ਵਿੱਚ ਹੀ ਲੱਗੀ ਰਹੀ ਤੇ ਮੈਦਾਨ ਵਿੱਚ ਕਿੱਦਾਂ ਜਾਣਗੇ? ਜਾਂ ਫਿਰ ਭਰਮ ਭੁਲੇਖਾ ਪਾਲ ਬੈਠੇ ਕਿ ਮੇਰੇ ਤੋਂ ਚੰਗਾ ਲੀਡਰ ਹੋਰ ਕੋਈ ਹੈ ਹੀ ਨਹੀਂ ਪਾਰਟੀ 'ਚ। ਨਹੀਂ, ਉਹ ਤਾਂ ਵੇਖੋ ਭਰਮ ਭੁਲੇਖਾ ਪਾਲ ਨਹੀਂ ਬੈਠੇ, ਭਰਮ ਭੁਲੇਖਾ ਇਹਨਾਂ ਨੂੰ ਹੈਗਾ। ਕਿਉਂਕਿ ਪਾਰਟੀ ਚਾਹੇ ਕੋਈ ਵੀ ਆ, ਇਹਨਾਂ ਲੀਡਰਾਂ ਦੀ ਨੀਤੀ ਇਹ ਬਣ ਚੁੱਕੀ ਆ ਕਿ ਮੈਂ ਤੇ ਮੇਰੇ ਤੋਂ ਬਾਅਦ ਮੈਂ, ਮੇਰੇ ਤੋਂ ਬਾਅਦ ਮੈਂ, ਮੇਰੇ ਤੋਂ ਬਾਅਦ ਮੈਂ। ਇਹ ਆਪਣੇ ਆਪ ਨੂੰ ਹੀ ਰੱਖਣਾ ਚਾਹੁੰਦੇ ਨੇ, ਇਹ ਆਪਣੇ ਥੱਲੇ ਕਿਸੇ ਹੋਰ ਨੂੰ ਪਣਪਣ ਦੇਣਾ ਚਾਹੁੰਦੇ ਹੀ ਨਹੀਂ। ਇਸੇ ਵਜ੍ਹਾ ਕਰਕੇ ਆ ਕਿ ਹੁਣ ਤੁਸੀਂ ਇਹ ਵੇਖੋ ਨਾ ਵੀ ਇੱਕ ਚਿਹਰੇ ਨੂੰ ਕਈ ਥਾਵਾਂ ਦੇ ਉੱਤੇ ਲੈ ਕੇ ਜਾਣਾ ਜਾਂ ਇੱਕ ਪਰਿਵਾਰ ਦਾ ਕਈ ਸੀਟਾਂ ਦੇ ਉੱਤੇ ਦਾਅਵੇ ਜਿਤਾਉਣਾ, ਇਹ ਸਾਬਤ ਕਰਦਾ ਕਿ ਤੁਸੀਂ ਗ੍ਰਾਸ ਰੂਟ ਤੋਂ ਵਰਕਰ ਮਾਰ ਦਿੱਤਾ। ਬਿਲਕੁਲ ਵਰਕਰ ਨਹੀਂ ਤੁਹਾਨੂੰ ਛੱਡਿਆ। ਜੇ ਵਰਕਰ ਥੱਲੇ ਹੋਵੇ, ਜਾਂ ਆਪਾਂ ਵਾਲੀਬਾਲ ਵਿੱਚ ਵੇਖਦੇ ਹੁੰਦੇ ਤਾਂ ਰੋਟੇਸ਼ਨ 'ਚ ਖੇਡਦੇ ਹੁੰਦੇ ਨੇ, ਹਰ ਬੰਦਾ ਉੱਥੇ ਸਮੈਸ਼ ਕਰਦਾ, ਹਰ ਬੰਦਾ ਬੂਸਟ ਕਰਦਾ, ਹਰ ਬੰਦਾ ਸਰਵਿਸ ਕਰਦਾ। ਉਹ ਇਸ ਤਰ੍ਹਾਂ ਚੱਲਦੇ ਨੇ ਕਿ ਸਾਰੇ ਆਲਰਾਊਂਡਰ ਜਿਹੜੇ ਨੇ ਉਹ ਹੁੰਦੇ ਨੇ। ਪਰ ਇੱਥੇ ਬਣ ਗਿਆ ਹੈ ਕਿ ਜਿਹੜਾ ਇੱਕ ਵਾਰੀ ਸਮੈਸ਼ ਕਰਨ ਤੇ ਆ ਗਿਆ ਉਹ ਹੁੰਦਾ ਜਿੰਨਾ ਚਿਰ ਹੁਣ ਮੈਂ ਮਰਦਾ ਨਹੀਂ, ਸਮੈਸ਼ ਮੇਰੇ ਟੱਬਰ 'ਚੋਂ ਜਾਣੀ ਚਾਹੀਦੀ, ਮੈਂ ਮਰ ਵੀ ਗਿਆ ਤੇ ਮੇਰੀਆਂ ਆਉਣ ਵਾਲੀਆਂ ਨਸਲਾਂ, ਫਿਰ ਉਹਦੀਆਂ ਆਉਣ ਵਾਲੀਆਂ ਨਸਲਾਂ, ਉਹਦੀਆਂ ਆਉਣ ਵਾਲੀਆਂ ਨਸਲਾਂ। ਤੇ ਲੋਕਾਂ ਦਾ ਕੰਮ ਇਹ ਆ ਕਿ ਕਰਜ਼ੇ ਦੀ ਪੰਡ ਰੱਖੋ ਸਿਰ ਤੇ ਇਹਨਾਂ ਦੀ ਚਾਪਲੂਸੀ ਸਵੇਰ ਵੀ ਕਰੋ, ਦੁਪਹਿਰੇ ਵੀ ਕਰੋ ਤੇ ਸ਼ਾਮ ਵੀ ਕਰੋ। ਪਹਿਲਾਂ ਇਹਨਾਂ ਨੂੰ ਵੋਟਾਂ ਪਾਓ, ਵੋਟਾਂ ਪਾ ਕੇ ਤੇ ਇਹਨਾਂ ਨੂੰ ਆਮ ਤੋਂ ਖਾਸ ਬਣਾਓ ਤੇ ਮੁੜ ਕੇ ਇਹਨਾਂ ਦੇ ਬੂਹੇ ਅੱਗੇ ਲੱਗ ਕੇ ਤੇ ਗਨਮੈਨਾਂ ਦੀਆਂ ਝੜਕਾਂ ਖਾਓ। ਹੁਣ ਜੇ ਕਾਂਗਰਸ ਨਹੀਂ ਦਿੰਦੀ ਸੀਐਮ ਦਾ ਚਿਹਰਾ, ਇਹ ਕਲੇਸ਼ ਨਹੀਂ ਖਤਮ ਕਰਦੀ, ਤਾਂ ਕਿਹੋ ਜਿਹੇ ਹਾਲਾਤ ਰਹਿਣਗੇ? ਲੋਕਾਂ ਦਾ ਜਿਹੜਾ ਆ ਪ੍ਰਭਾਵ ਉਹਨਾਂ 'ਚ ਪਾ ਸਕਣਗੇ, ਉਹਦਾ ਵਿਸ਼ਵਾਸ ਹਾਸਲ ਕਰ ਸਕਣਗੇ? ਵੇਖੋ ਜਿਸ ਘਰ 'ਚ ਫੁੱਟ ਹੁੰਦੀ ਹੈ ਉਹਦਾ ਫਾਇਦਾ ਹਮੇਸ਼ਾ ਵਿਰੋਧੀ ਲੈਂਦੇ ਹੁੰਦੇ ਨੇ। ਔਰ ਇਹ ਕਾਂਗਰਸ ਲੀਡਰਸ਼ਿਪ ਨੂੰ ਵੀ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ ਔਰ ਉਹਨਾਂ ਨੂੰ ਸਮਝ ਹੈਗੀ ਵੀ ਹੈ। ਪਰ ਕਈ ਵਾਰ ਹਾਲਾਤ ਇੱਦਾਂ ਦੇ ਬਣ ਜਾਂਦੇ ਨੇ ਕਿ ਬੰਦਾ ਬੇਵੱਸ ਹੋ ਜਾਂਦਾ, ਉਹਨਾਂ ਹਾਲਾਤਾਂ ਨੂੰ ਕਾਬੂ 'ਚ ਕਰ ਨਹੀਂ ਸਕਦਾ। ਸ਼ਾਇਦ ਮੈਨੂੰ ਲੱਗਦਾ ਇਸ ਵੇਲੇ ਹਾਲਤ ਕੁਝ ਇੱਦਾਂ ਦੀ ਹੀ ਹੋ ਗਈ ਹੈ। ਕਿਉਂਕਿ ਵੇਖੋ ਕੱਲ੍ਹ ਵੀ ਜਿਹੜੀ ਤੁਸੀਂ ਉੱਥੇ ਜਲੰਧਰ ਪ੍ਰੈਸ ਕਾਨਫਰੰਸ ਦੀ ਜਾਂ ਰੈਲੀ ਦੀ ਮੀਟਿੰਗ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਜਦੋਂ ਸਿੱਧੂ ਸਾਹਿਬ ਬੋਲੇ ਨੇ, ਹੁਣ ਪ੍ਰੋਟੋਕੋਲ ਵਾਈਜ਼ ਜਿਸ ਤਰੀਕੇ ਨਾਲ ਉੱਥੇ ਬੁਲਾਰੇ ਬੁਲਾਏ ਗਏ, ਉਹਨਾਂ ਤੋਂ ਤਾਂ ਇਹ ਜਾਪਦਾ ਕਿ ਸੀਐਮ ਨੂੰ ਮਹੱਤਤਾ ਜਿਹੜੀ ਆ ਕੁਛ ਵੱਧ ਦਿੱਤੀ ਗਈ। ਪਰ ਸਿੱਧੂ ਸਾਹਿਬ ਨੇ ਜਿਸ ਤਰ੍ਹਾਂ ਉੱਥੇ ਗੱਲ ਕੀਤੀ ਹੈ, ਤੇ ਮੈਨੂੰ ਨਹੀਂ ਲੱਗਦਾ ਵੀ ਉਹਨੇ ਇਹ ਪ੍ਰਭਾਵ ਉਸ ਮੀਟਿੰਗ ਨੇ ਦਿੱਤਾ ਹੋਵੇ ਵੀ ਇਹ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ। ਉਹਦਾ ਪ੍ਰਭਾਵ ਇਹ ਬਣਿਆ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੋ, ਉਹਨੇ ਆਪਣਾ ਪ੍ਰਭਾਵ ਇਹ ਦਿੱਤਾ। ਉਹ ਸਾਰੀ ਮੀਟਿੰਗ ਦਾ ਸਿੱਟਾ ਇਹ ਨਿਕਲਿਆ ਕਿ ਰਾਹੁਲ ਗਾਂਧੀ ਦੇ ਅੱਗੇ ਚੰਨੀ ਸਾਹਿਬ ਵੀ ਆਂਦੇ ਵੀ ਮੇਰੇ 111 ਦਿਨ ਵੇਖੇ ਨੇ, ਜੇ ਮੈਨੂੰ ਕਿਤੇ ਸਾਰਾ ਸਮਾਂ ਮਿਲਦਾ ਤੇ ਮੈਂ ਸ਼ਾਇਦ ਕੀ ਕਰ ਲੈਂਦਾ। ਇਹ ਵੀ ਵੇਖੋ। ਖੈਰ ਉਹਨਾਂ ਨੇ ਵੀ ਆਪਣੀ ਗੱਲ ਪਲਟ ਕੇ ਆਖਿਆ ਜੀ ਜੋ ਸਾਡੇ ਬੌਸ ਕਰ ਦੇਣਗੇ ਉਹ ਅਸੀਂ ਕਰਾਂਗੇ। ਉਹ ਵੇਖੋ ਇੱਕ ਪਾਸੇ ਕਹਿੰਦੇ ਆ ਜੋ ਸਾਡੇ ਬੌਸ ਕਰਨਗੇ ਉਹ ਅਸੀਂ ਕਰਾਂਗੇ, ਤੇ ਦੂਜੇ ਪਾਸੇ ਸੇਮ ਦੋਸ਼ ਕੇਜਰੀਵਾਲ ਤੇ ਲਾਉਂਦੇ ਆ ਕਿ ਉਹ ਦਿੱਲੀ 'ਚ ਬੈਠ ਕੇ ਚਲਾਉਣਾ ਚਾਹੁੰਦਾ। ਤੇ ਬੰਦਾ ਪੁੱਛੇ ਵੀ ਰਾਹੁਲ ਗਾਂਧੀ ਦਾਖਿਓ ਚਲਾਉਣਾ ਚਾਹੁੰਦਾ? ਰਾਹੁਲ ਗਾਂਧੀ ਨੇ ਵੀ ਤਾਂ ਦਿੱਲੀਓ ਚਲਾਉਣਾ। ਇੱਕ ਹੋਰ ਬੜਾ ਵਧੀਆ ਸਵਾਲ ਨਿਕਲਦਾ, ਉਹ ਇਹ ਨਿਕਲਦਾ ਕਿ ਕਹਿੰਦੇ ਜੋ ਕਰੂ ਸਾਡਾ ਬੌਸ ਕਰੂਗਾ, ਪਰ ਆਪਣੀ ਲਾਲਸਾ ਵੀ ਜਿਹੜੀ ਅੱਗੇ ਰੱਖ ਦਿੰਦੇ ਆ ਗੱਲਾਂ ਦੇ ਵਿੱਚ।
ਇਹ ਵੀ ਕਿਤੇ ਨਾ ਕਿਤੇ ਸੋਚਣਾ ਬਣਦਾ ਨਾ, ਜੇ ਤੇ ਬੌਸ ਕਰੇਗਾ ਨਹੀਂ ਪਰ ਚੁੱਪ ਕਰ ਜਿਓ। ਉਹ ਫਿਰ ਉਹਨਾਂ ਇਹ ਵੀ ਸੁਣਿਆ ਨਾ ਕਿਤੇ ਵੀ ਆਂਦੇ ਰੋਏ ਬਗੈਰ ਮਾਂ ਵੀ ਦੁੱਧ ਨਹੀਂ ਦਿੰਦੀ, ਉਹ ਤਾਂ ਰੋਂਦੇ ਆ ਤੇ ਦੋਥੜੀ ਮਾਰਨ ਦੇ ਨੇ ਵੀ ਸੁਣ ਲਓ ਸਾਡੇ ਹਾੜੇ ਸੁਣ ਲਓ। ਮਾਂ ਇੱਕ ਆ ਬੱਚੇ ਜ਼ਿਆਦਾ ਆ ਤੇ ਗੱਲ ਬਣਦੀ ਨਜ਼ਰ ਨਹੀਂ ਆਉਂਦੀ। ਹੁਣ ਗੱਲ ਕੇਜਰੀਵਾਲ ਦੀ ਕਰਦੇ ਆ ਕਿ ਲੋਕ ਇੱਕ ਹੋਰ ਹੀ ਰੋਸ ਜਿਹਾ ਲੈ ਕੇ ਬੈਠੇ ਆ ਕਿ ਕੀ ਗੱਲ, ਜਿਹੜੇ ਪੋਸਟਰ ਲੱਗੇ ਆ, ਬੋਰਡ ਲੱਗੇ, ਉਹਨਾਂ ਦੇ ਉੱਤੇ ਲਿਖਿਆ ਜਾ ਰਿਹਾ, ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਕਿ ਇੱਕ ਮੌਕਾ ਕੇਜਰੀਵਾਲ ਨੂੰ। ਕਹਿੰਦੇ ਕਿ ਭਗਵੰਤ ਮਾਨ ਨੂੰ ਬੜਾ ਹੀ ਰੋਲ ਕੇ ਸੀਐਮ ਦਾ ਚਿਹਰਾ ਅਨਾਉਂਸ ਕੀਤਾ, ਕਿਤੇ ਇਹ ਨਾ ਹੋਵੇ ਇਲੈਕਸ਼ਨ ਹੋ ਜਾਵੇ, ਪਾਰਟੀ ਬਹੁਮਤ ਲੈ ਜਾਵੇ ਤੇ ਉਹ ਫਿਰ ਗੱਲ ਰਲੀ ਖੁਲੀ ਰਹਿ ਜਾਵੇ ਤੇ ਸੀਐਮ ਕਿਸੇ ਹੋਰ ਨੂੰ ਬਣਾ ਦਿੱਤਾ ਜਾਵੇ। ਵੇਖੋ, ਜੋ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਾਂ ਕੇਜਰੀਵਾਲ ਦਾ ਵਰਤਾਰਾ ਰਿਹਾ, ਉਹਦੇ ਤੋਂ ਤਾਂ ਇਹੀ ਸਾਬਤ ਹੁੰਦਾ ਵੀ ਕੇਜਰੀਵਾਲ ਦੀ ਨੀਤੀ ਵੀ ਕੋਈ ਦੂਸਰੀਆਂ ਪਾਰਟੀਆਂ ਦੇ ਆਗੂਆਂ ਨਾਲੋਂ ਭਿੰਨ ਨਹੀਂ ਹੈਗੀ, ਉਸੇ ਤਰ੍ਹਾਂ ਹੀ ਆ। ਪਰ ਮੈਨੂੰ ਕਿਤੇ ਨਾ ਕਿਤੇ ਬਾਠ ਸਾਹਿਬ ਇੱਦਾਂ ਲੱਗਦਾ ਕਿ ਜਿਵੇਂ ਜਿਹੜੇ ਸਾਡੇ ਸਿਆਸੀ ਆਗੂ ਨੇ, ਉਹਨਾਂ ਨੇ ਮੀਡੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇੱਕ ਇਹੋ ਜਿਹੀ ਮੁਹਿੰਮ ਜਿਹੜੀ ਆ ਉਹ ਵਿੱਢੀ ਹੋਈ ਆ ਵੀ ਭਗਵੰਤ ਮਾਨ ਪਪੇਟ, ਤੇ ਇਹ ਜੋ ਕੇਜਰੀਵਾਲ ਨੇ ਕਹਿਣਾ ਉਹ ਚ ਕਰਨਾ ਇਹਨੇ। ਮੈਨੂੰ ਇੱਦਾਂ ਲੱਗਦਾ ਵੀ ਬਤੌਰ MP ਭਗਵੰਤ ਮਾਨ ਨੇ ਪਾਰਲੀਮੈਂਟ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਮੁੱਦੇ ਹੀ ਚੁੱਕੇ ਆ। ਹਾਂ ਬਿਲਕੁਲ, ਬੁਲੰਦ ਆਵਾਜ਼ ਉਠਾਇਆ, ਔਰ ਕੋਈ ਮੁੱਦਾ ਇਹੋ ਜਿਹਾ ਨਹੀਂ ਜਿਹੜਾ ਉਹਨੇ ਪਾਰਲੀਮੈਂਟ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਨਾ ਚੁੱਕਿਆ ਹੋਵੇ। ਈਵਨ ਦੈਨ ਤੁਸੀਂ ਵੇਖੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਮਤਾ ਲੈ ਕੇ ਆਉਣਾ, ਇਹ ਪਹਿਲਾਂ ਕਿਉਂ ਨਹੀਂ ਆਇਆ ਜਾਂ ਮਗਰੋਂ ਕਿਉਂ ਨਹੀਂ ਹੋਇਆ? ਜਿਹਦੇ ਤੇ ਲੀਡਰ ਜਾਂਦੇ ਰਹੇ ਨੇ। ਸਾਡੀ ਭਗਵੰਤ ਮਾਨ ਦੇ ਨਾਲ ਕੋਈ ਨਿੱਜੀ ਰੂਪ ਦੇ ਵਿੱਚ ਨਾ ਕੋਈ ਜਾਣਿਆ ਨਾ ਪਛਾਣਿਆ, ਨਾ ਹੀ ਕੋਈ ਦੀ ਸਪੋਰਟ ਕਰਨੀ ਚਾਹੁੰਦੇ ਆ, ਨਾ ਕੋਈ ਐਸੀ ਗੱਲ ਹੈ। ਪਰ ਸੱਚ ਨੂੰ ਤਾਂ ਸੱਚ ਕਹਿਣਾ ਚਾਹੀਦਾ ਨਾ। ਜੇ ਤੁਸੀਂ ਕਿਸੇ ਨੂੰ ਐਪਰੀਸ਼ੀਏਟ ਨਹੀਂ ਕਰੋਗੇ ਤਾਂ ਚੰਗਾ ਕੰਮ ਕਿੱਦਾਂ ਕਰੂ? ਇਹ ਬੜੇ ਰਹਿਤਮਾਨ MP ਵੀ ਹੋਏ ਨੇ ਜਿਹੜੇ ਇਹ ਮਤੇ ਨਹੀਂ ਲਿਆ ਸਕੇ, ਤੇ ਜਿਹਨੂੰ ਤੁਸੀਂ ਸ਼ਰਾਬੀ ਕਹਿੰਦੇ ਹੋ, ਜਿਹਨੂੰ ਤੁਸੀਂ ਕਈ ਤਰ੍ਹਾਂ ਦੇ ਭੈੜੇ ਸੰਬੋਧਨ ਲਾ ਕੇ ਸੰਬੋਧਨ ਕਰਦੇ ਹੋ, ਉਹਨੇ ਪਾਰਲੀਮੈਂਟ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਾ ਦਿੱਤੀ ਹੈ। ਔਰ ਘੱਟੋ ਘੱਟ ਪੂਰੇ ਮੁਲਕ ਦੇ ਵਿੱਚ ਇੱਕ ਮੈਸੇਜ ਤਾਂ ਗਿਆ। ਬਿਲਕੁਲ ਨਹੀਂ, ਇਸ ਕਰਕੇ ਮੈਨੂੰ ਅਗਲੀ ਗੱਲ ਜਿਹੜੀ ਨਾ ਉਹ ਇਦਾਂ ਦੀ ਲੱਗਦੀ ਆ ਵੀ ਭਗਵੰਤ ਮਾਨ ਨੇ ਸ਼ਾਇਦ ਪਾਰਟੀ ਦੇ ਅੰਦਰ ਦੀ ਸਥਿਤੀ ਨੂੰ ਭਾਂਪ ਲਿਆ। ਭਾਂਪ ਉਹਨੇ ਇਸ ਤਰ੍ਹਾਂ ਲਿਆ ਜਿਵੇਂ ਸਵਾ 2 ਮਿੰਟ ਲੱਗ ਜੂ, ਕੋਈ ਗੱਲ ਤੇ ਨਹੀਂ। ਜਿਵੇਂ ਕਹਿੰਦੇ ਨਾ ਕਿਤੇ ਕਿਸੇ ਜੱਟ ਦਾ ਕਿਤੇ ਢੱਗਾ ਦੇ ਛੁੱਟ ਗਿਆ ਉਹਦੇ ਕੋਲ, ਤੇ ਉਹ ਭੱਜ ਉੱਠਿਆ ਤੇ ਭੁੱਸ ਰਿਹਾ ਹੈਗਾ ਤੇ ਉਹ ਕਾਬੂ ਨਾ ਆਵੇ, ਤੇ ਉਹ ਸੁਖਣਾ ਸੁਖੀ ਜਾਵੇ, ਕਦੀ ਕਿਸੇ ਪੀਰ ਦੇ, ਕਦੀ ਕਿਸੇ ਫਕੀਰ ਦੇ, ਤੇਰੇ ਮੈਂ ਬਾਬਾ ਆ ਚੜਾਊਂ ਮੇਰਾ ਝੋਟਾ ਮੇਰੇ ਕਾਬੂ ਆ ਜੇ, ਤੇਰੇ ਮੈਂ ਬਾਬਾ ਆ ਚੜਾਊਂ ਮੇਰਾ ਝੋਟਾ ਕਾਬੂ ਆ ਜੇ। ਉਹ ਮਗਰ ਕਿਤੇ ਕੋਈ ਤੁਹਾਡੇ ਵਰਗਾ ਵੀ ਤੁਰਿਆ ਜਾਂਦਾ ਸੀ, ਉਹ ਵੇਖੀ ਜਾਵੇ ਵੀ ਇਹ ਸੁਖਣਾ ਜਿੰਨੀਆਂ ਨੇ ਸੁਖਣੀਆਂ ਉਹਨੇ ਦਾ ਤੇ ਝੋਟਾ ਨਹੀਂ ਗਾ। ਉਹਨੂੰ ਲਾਗੇ ਜਾ ਕੇ ਤੇ ਆਂਦਾ ਵੀ ਭਾਊ ਜਿੰਨੀਆਂ ਸੁਖਣਾ ਸੁਖ ਲਈਆਂ ਝੋਟਾ ਇਹਨਾਂ ਦਾ ਹੈਗਾ ਹੀ। ਆਂਦਾ ਇੱਕ ਵਾਰੀ ਸਿੰਘਾਂ ਨੂੰ ਹੱਥ ਪੈ ਲੈਂਦੇ ਫਿਰ ਕਿੰਨ ਦੇਣੇ ਤੇ ਕਿੰਨ ਲੈਣੇ ਆ। ਮੈਨੂੰ ਇੰਝ ਲੱਗਦਾ ਵੀ ਭਗਵੰਤ ਮਾਨ ਵੀ ਆਖਣ ਡਿਆ ਵੀ ਇੱਕ ਨਾ ਸੁਖਣਾ ਸੁੱਖ ਕੇ CM ਬਣ ਜਾ ਹਾਂ ਮੈਂ, ਫਿਰ ਕਿੰਨ ਦੇਣੇ ਤੇ ਕਿੰਨ ਲੈਣੇ ਨੇ, ਫਿਰ ਵੇਖੀ ਜਾਊ ਕਿਹੜਾ ਤੇ ਕਿਹੜਾ ਨਹੀਂ। ਪੱਪੜ ਸਾਰੇ ਹੀ ਦਿੱਲੀ ਦੇ ਨੇ, ਪਾਵਰ ਤੇ ਸਿੱਧੀ ਆਪਣੇ ਹੱਥ 'ਚ ਹੋਣੀ ਹੈ ਨਾ, ਫਿਰ ਆ ਵੀ ਫਿਰ ਵੇਖੀ ਜਾਊ ਜੋ ਹੋਊ। ਫਿਰ ਉਹਦੀ ਕਿਹੜੀ ਗੱਲ ਤੋਂ ਮੈਨੂੰ ਲੱਗਦਾ ਵੀ ਉਹ ਘੇਸਲਾ ਹੋਇਆ ਵਾ। ਇਹ ਕਰਕੇ ਉਹਨੇ ਹੁਣ ਲੋਕ ਜੇ ਉਹਨੂੰ ਮੌਕਾ ਦੇਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਦੇ ਕਾਬੂ 'ਚ ਆਵੇ। ਨਹੀਂ, ਸੋ ਮੈਂ ਉਹ ਗੱਲ ਉੱਥੇ ਕਰਨੀ ਚਾਹੁੰਦਾ ਹਾਂ ਕਿ ਲੋਕ ਇਹ ਕਹਿੰਦੇ ਨੇ ਪਤਾ ਨਹੀਂ ਸੱਚਾਈ ਕਿੰਨੀ ਆ, ਪਰ ਉਹ ਇੱਕ ਨਾ ਪੰਜਾਬੀ ਦਾ ਗੀਤ ਆ, ਕਹਿੰਦਾ ਥੋੜੀ ਜਿਹੀ ਗੱਲ ਤਾਂ ਹੁੰਦੀ ਐ, ਐਵੇਂ ਨਹੀਂ ਲੋਕੀ ਬੋਲਦੇ। ਕਹਿੰਦੇ ਕੇਜਰੀਵਾਲ ਵੀ ਪਿੱਛੇ ਨਾ ਕਿਤੇ ਸੰਘ ਦੀ ਜਾਂ BJP ਦੀ B ਟੀਮ ਆ, ਕਿਉਂਕਿ ਜਿੱਥੋਂ ਕੇਜਰੀਵਾਲ ਹੁਣੀ ਜਿੱਤਦੇ ਆ ਨਾ ਵਿਧਾਨ ਸਭਾ ਦੀਆਂ ਚੋਣਾਂ ਬਹੁਮਤ ਦੇ ਨਾਲ, ਉੱਥੇ ਅਗਲੀਆਂ ਲੋਕ ਸਭਾ ਚੋਣਾਂ ਜਿਹੜੀਆਂ ਆ ਭਾਜਪਾ ਬਹੁਮਤ ਨਾਲ ਜਿੱਤਦੀ ਆ। ਕਿਤੇ ਪੰਜਾਬ 'ਚ ਵੀ ਇਸ ਤਰ੍ਹਾਂ ਨਾ ਹੋਵੇ ਕਿ ਬਹੁਮਤ ਨਾਲ ਆਮ ਆਦਮੀ ਜਿੱਤ ਜਾਵੇ ਤੇ ਮੁੜ ਕੇ ਲੋਕ ਸਭਾ ਜਿਹੜੀ ਆ ਉਹ ਭਾਜਪਾ ਦਾ ਕਬਜ਼ਾ ਹੋ ਜਾਵੇ। ਹੁਣ ਵੇਖੋ ਨਾ, ਅਸੀਂ ਤਾਂ ਹੈਰਾਨ ਹੋਏ ਇਸ ਗੱਲ ਦੇ ਉੱਤੇ ਵੀ ਆਪਣਾ ਪੰਜਾਬ ਦੇ ਵਿੱਚ ਬਹੁਤਾ ਜ਼ੋਰ ਸੰਘ ਨੂੰ ਭੰਡਣ ਦੇ ਉੱਤੇ ਲੱਗਾ। ਬਿਲਕੁਲ, ਸਿਆਸੀ ਪਾਰਟੀਆਂ ਦਾ ਵੀ ਲੱਗਾ ਤੇ ਗੈਰ ਸਿਆਸੀ ਸੰਗਠਨਾਂ ਦਾ ਵੀ ਲੱਗਾ। ਔਰ ਆ ਕਿਸਾਨ ਸੰਘਰਸ਼ ਚੱਲਿਆ ਤੇ ਇਹਦੇ ਵਿੱਚ 2 ਵਾਕਿਆਤ ਇੱਦਾਂ ਦੇ ਸਾਡੇ ਨਜ਼ਰ ਗੋਚਰੇ ਹੋਏ ਕਿ ਇੱਕ ਦਿਨ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ ਡੱਲੇਵਾਲ ਤੇ, ਹਾਂ ਬਿਲਕੁਲ, ਕਿ ਡੱਲੇਵਾਲ ਤੇ ਸੰਘ ਵੱਲੋਂ ਚਲਾਏ ਜਾਂਦੇ ਅਖਿਲ ਭਾਰਤੀ ਕਿਸਾਨ ਮਹਾਸੰਘ ਦਾ ਮੀਤ ਪ੍ਰਧਾਨ ਹੈ, ਤੇ ਨਾਲ ਹੀ ਜਵਾਬੀ ਫਾਇਰ ਆ ਗਿਆ ਡੱਲੇਵਾਲ ਸਾਹਿਬ ਵੱਲੋਂ ਵੀ ਜਿਸ ਸੰਗਠਨ ਦਾ ਮੈਨੂੰ ਇਹ ਮੀਤ ਪ੍ਰਧਾਨ ਦੱਸਦੇ ਉਹ ਸੰਗਠਨ ਦੇ ਬਾਨੀ ਮੈਂਬਰ ਤੇ ਰਾਜੇਵਾਲ ਸਾਹਿਬ ਨੇ। ਅਸੀਂ ਦੋਨੋਂ ਹੀ ਜਾਂਦੇ ਰਹੇ ਮੀਟਿੰਗਾਂ 'ਚ, ਦੋਨੋਂ ਹੀ ਮੀਟਿੰਗਾਂ 'ਤੇ ਜਾਂਦੇ ਰਹੇ। ਉਹਨਾਂ ਸਿਰ ਤੇ ਉਧਾਰ ਨਹੀਂ ਰੱਖਿਆ ਉਸੇ ਵੇਲੇ। ਪਰ ਇੱਕ ਗੱਲ ਹੈ, ਜੇ ਉਸ ਸੰਗਠਨ ਦੇ ਵਿੱਚ ਜਾ ਕੇ ਕੋਈ ਕਿਸੇ ਨੂੰ ਡਿਸਪਲਿਨ ਸਿੱਖਣ ਨੂੰ ਮਿਲਦਾ, ਜੇ ਉੱਥੇ ਜਾ ਕੇ ਕਿਸੇ ਮੁੱਦੇ ਵਾਸਤੇ ਪ੍ਰਤੀਬੱਧ ਹੋਣ ਦੀ ਸਿੱਖਿਆ ਮਿਲਦੀ ਹੈ, ਤੇ ਮੇਰਾ ਨਹੀਂ ਖਿਆਲ ਵੀ ਉਹਦੇ 'ਚ ਕੋਈ ਨੁਕਸਾਨ। ਪਰ ਜੇ ਉਹ ਪ੍ਰਤੀਬੱਧਤਾ ਕਿਸੇ ਨੂੰ ਐਲੀਮੀਨੇਟ ਕਰਨ 'ਤੇ ਲੱਗੀ ਹੈ, ਕਿਸੇ ਨੂੰ ਅਸੈਸੀਨੇਟ ਕਰਨ 'ਤੇ ਲੱਗੀ ਹੈ, ਫਿਰ ਉਹਦਾ ਵਿਰੋਧ ਹੋਣਾ ਸੁਭਾਵਿਕ ਹੈ। ਨਹੀਂ ਪ੍ਰਧਾਨ ਜੀ, ਇੱਥੇ ਮੈਂ ਰੋਕ ਦੇਣਾ ਚਾਹੁੰਦਾ ਤੁਹਾਨੂੰ
ਕਿਉਂਕਿ ਸੰਘ ਪਰਿਵਾਰ ਹੈ ਜਾਂ RSS ਪਰਿਵਾਰ ਹੈ ਨਾ, ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੀ ਸਿੱਖੀ ਸਾਈਕੀ ਨੂੰ ਲੈ ਕੇ ਕਦੀ ਵੀ ਸੰਜੀਦਾ ਨਹੀਂ ਰਿਹਾ। ਇੱਕ ਵਿਰੋਧੀ ਭਾਵਨਾ ਜਿਹੜੀ ਪ੍ਰਗਟ ਹੁੰਦੀ ਰਹੀ ਆ ਲੈ ਕੇ। ਸੋ ਮੈਨੂੰ ਲੱਗਦਾ ਨਹੀਂ ਹੈ ਕਿ ਉਹਨਾਂ ਨਾਲ ਤਾਲਮੇਲ ਕਰਨਾ ਜਾਂ ਉਹਨਾਂ ਦੀਆਂ ਮੀਟਿੰਗਾਂ ਜਿਹੜਾ ਕੋਈ ਸਾਡਾ ਕੋਈ ਬਹੁਤਾ ਜ਼ਰੂਰੀ ਹੈ, ਕਿਉਂਕਿ ਡੱਲੇਵਾਲ ਰਾਜੇਵਾਲ ਸਾਹਿਬ ਕੱਦਵਾਰ ਨੇਤਾ ਨੇ, ਕਿਸਾਨੀ ਨੂੰ ਰੀਪ੍ਰਜੈਂਟ ਕਰਦੇ ਆਏ ਆ। ਸੋ ਇਹ ਇੱਥੇ ਵੀ ਇੱਕ ਸਵਾਲ ਖੜਾ ਹੁੰਦਾ ਸੀ ਕਿ ਲੋੜ ਕੀ ਪੈ ਗਈ। ਪਰ ਉਹ ਤੁਸੀਂ ਕਿਹਾ ਉਹ ਕੱਦਵਾਰ ਨੇਤਾ ਨੇ, ਪਰ ਉਹ ਕੱਦਵਾਰ ਨੇਤਾ ਬਣਨ ਤੋਂ ਪਹਿਲਾਂ ਤੋਂ ਜਾਂਦੇ ਨੇ। ਇਹਦਾ ਮਤਲਬ ਹੈ ਵੀ ਉਹ ਕੱਦਵਾਰ ਨੇਤਾ ਬਣਨ ਵਾਸਤੇ ਜਾਂਦੇ ਰਹੇ ਨੇ ਤੇ ਕੱਦਵਾਰ ਨੇਤਾ ਬਣ ਗਏ। ਆਪਣੀ ਨਿੱਜੀ ਲਾਲਸਾ ਮੈਂ ਗੱਲ ਇਹ ਕੀਤੀ ਆ ਬਈ ਆਪਾਂ ਜਿਸ ਸੰਘ ਤੋਂ ਇੰਨਾ ਡਰਦੇ ਆ, ਉਸ ਸੰਘ ਦੀਆਂ ਕਿੱਥੇ ਕਿੱਥੇ ਸ਼ਾਖਾ ਤੇ ਸਾਡੇ ਅੰਦਰ ਫੈਲ ਚੁੱਕੀਆਂ, ਸਾਡੀਆਂ ਸੰਸਥਾਵਾਂ ਦੇ ਅੰਦਰ ਫੈਲ ਚੁੱਕੀਆਂ, ਉਹਨੂੰ ਕਿੱਥੋਂ ਕੱਢ ਲਾਂਗੇ ਆਪਾਂ? ਨਹੀਂ ਬਿਲਕੁਲ, ਉਹ ਫਿਰ ਸਾਡੀਆਂ ਕਮਜ਼ੋਰੀਆਂ। ਫਿਰ ਜਾਂ ਤਾਂ ਅਸੀਂ ਉਹਦੇ ਪੈਰਲਲ ਕੋਈ ਆਪਣਾ ਵੀ ਸੰਗਠਨ ਇਸ ਤਰ੍ਹਾਂ ਦਾ ਡਿਸਪਲਿਨਡ ਫੋਰਸ ਜਿਹੜੀ ਆਪਣੀ ਵੀ ਕੋਈ ਖੜੀ ਕੀਤੀ ਹੋਵੇ ਬਈ ਜਿਹੜੀ ਉਹਦੀ ਨੀਤੀਗਤ ਵਿਰੋਧ ਕਰ ਸਕੇ, ਜਾਂ ਉਹਦੀਆਂ ਨੀਤੀਆਂ ਜਿੱਥੇ ਗਲਤ ਨੇ ਉਹਨਾਂ ਦਾ ਵਿਰੋਧ ਕਰ ਸਕੀਏ। ਕਹਿੰਦੇ ਹੁੰਦੇ ਆਪਣਾ ਘਰ ਰਾਖੀਏ ਚੋਰ ਕਿਸੇ ਨਾ ਆਖੀਏ, ਕਿਸੇ ਤੇ ਦੋਸ਼ ਲਾਈ ਜਾਣ ਦੇ ਨਾਲ ਸਾਡਾ ਘਰ ਨਹੀਂ ਬਚ ਜਾਣਾ। ਆਪਣਾ ਘਰ ਬਚਾਉਣ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡਾ ਸੁਚੇਤ ਹੋਣਾ। ਬਿਲਕੁਲ। ਹੁਣ ਦੋ ਸਵਾਲ ਆ, ਆਪਣੀ ਲੰਮੀ ਹੁੰਦੀ ਹੈ ਗੱਲਬਾਤ। ਇੱਕ ਤਾਂ ਨਵਜੋਤ ਕੌਰ ਸਿੱਧੂ ਕਹਿੰਦੇ ਨੇ ਕਿ ਕੋਈ ਲੜਾਈ ਨਹੀਂ ਹੈ ਪੂਰਬੀ ਹਲਕੇ 'ਚ, ਮਜੀਠੀਆ ਦੀ ਜਿਹੜੀ ਜ਼ਮਾਨਤ ਹੈ ਉਹ ਜ਼ਬਤ ਹੋਏਗੀ। ਦੂਜੇ ਪਾਸੇ ਲੋਕ ਕਹਿੰਦੇ ਆ ਕਿ ਜੇ ਆਪਣਾ ਸਿੱਧੂ ਸਾਹਿਬ ਦਾ ਇੰਨਾ ਹੀ ਪ੍ਰਭਾਵ ਹੈ ਤੇ ਉਹਨਾਂ ਨੂੰ ਮਜੀਠੇ ਜਾ ਕੇ ਵੀ ਚੋਣ ਲੜਨੀ ਚਾਹੀਦੀ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ, ਕਿ ਲੋਕ ਸੱਚਮੁੱਚ ਹੀ ਜਿਹੜਾ ਆ ਸਿੱਧੂ ਮਾਡਲ ਨੂੰ ਤਰਜੀਹ ਦਿੰਦੇ ਨੇ। ਇਸ ਜਿਹੜੀ ਹੁਣ ਇਹ ਸਥਿਤੀ ਬਣ ਚੁੱਕੀ ਆ ਸਿੱਧੂ ਤੇ ਮਜੀਠੀਆ, ਇਹ ਪੰਜਾਬ ਦੀ ਸਿਆਸਤ ਨੂੰ ਕੀ ਪ੍ਰਭਾਵ ਦੇਵੇਗੀ? ਕਿਹਦੀ ਸਰਕਾਰ ਬਣਦੇ ਅਸਾਰ ਵਧਣਗੇ? ਜਿਹੜੀ ਤੇ ਬੀਬੀ ਸਿੱਧੂ ਦੀ ਗੱਲ ਹੈ ਨਾ, ਕੱਲਾ ਬੀਬੀ ਸਿੱਧੂ ਨਹੀਂ, ਜਿਹੜਾ ਵੀ ਕੈਂਡੀਡੇਟ ਲੜਦਾ ਨਾ, ਉਹ ਜਿੰਨੀ ਦੇਰ ਤੱਕ ਅਨਾਉਂਸਮੈਂਟ ਨਹੀਂ ਨਾ ਹੋ ਜਾਂਦੀ ਵੀ ਕਿਹੜਾ ਹਾਰ ਗਿਆ, ਉਨੀ ਦੇਰ ਤੱਕ ਕੋਈ ਨਹੀਂ ਮੰਨਦਾ ਹੁੰਦਾ। ਉਹ ਜਿੱਤਿਆ ਹੀ ਹੁੰਦਾ, ਉਹ ਆਪਣੇ ਆਪ ਨੂੰ ਜਿੱਤਿਆ ਹੀ ਕਹਿੰਦਾ। ਆਪਣੇ ਘਰਦਿਆਂ ਨੂੰ ਵੀ ਉਹੀ ਗੱਲ ਕਹਿੰਦਾ ਹੁੰਦਾ ਵੀ ਕੋਈ ਗੱਲ ਨਹੀਂ, ਅਸੀਂ ਜਿੱਤੇ ਹੀ ਆ, ਪਰਵਾਹ ਨਾ ਕਰੋ, ਬੜੇ ਵੱਡੇ ਮਾਰਜਨ ਨਾਲ ਜਿੱਤੇ ਆ। ਪਰ ਇਹ ਉਸ ਪ੍ਰਮਾਤਮਾ ਦੇ ਹੱਥ ਆ, ਉਹਨੇ ਕਿਹਨੂੰ ਸਰਦਾਰੀ ਦੇਣੀ ਆ। ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸਦੇ ਉਹਨੇ ਲੋਕਾਂ ਦੇ ਮਨ ਦੇ ਵਿੱਚ ਵਸਣਾ। ਸਹੀ ਤੇ ਗਲਤ ਦਾ ਫੈਸਲਾ ਲੋਕਾਂ ਤੋਂ ਕਰਾਉਣਾ ਔਰ ਲੋਕ ਸੁਚੇਤ ਹੋਣੇ ਚਾਹੀਦੇ ਨੇ। ਪਰ ਜਿਸ ਤਰੀਕੇ ਦੇ ਨਾਲ ਸਾਡਾ ਰਾਜਨੀਤਿਕ ਸਿਸਟਮ ਚੱਲ ਰਿਹਾ ਔਰ ਸਾਡੀਆਂ ਪੋਲੀਟੀਕਲ ਪਾਰਟੀਆਂ ਜਿਸ ਤਰਜ਼ ਦੇ ਨਾਲ ਲੱਗੀਆਂ ਹੋਈਆਂ, ਸਾਨੂੰ ਦਿਮਾਗੀ ਤੌਰ ਦੇ ਉੱਤੇ, ਜ਼ਿਹਨੀ ਤੌਰ ਦੇ ਉੱਤੇ ਨਪੁੰਸਕ ਬਣਾਉਣ ਦੇ ਵਿੱਚ ਕਿਸੇ ਦਾ ਵੀ ਘੱਟ ਰੋਲ ਨਹੀਂ, ਸਾਰੇ ਲੱਗੇ ਨੇ। ਤਾਂ ਹੀ ਅਸੀਂ ਮੁੱਦਿਆਂ ਤੋਂ ਭਟਕ ਕੇ ਚਿਹਰਿਆਂ ਦੇ ਉੱਤੇ ਆ ਗਏ ਹਾਂ। ਜਿੰਨਾ ਚਿਰ ਤੱਕ ਅਸੀਂ ਚਿਹਰਿਆਂ ਦੇ ਜਾਲ 'ਚ ਫਸਦੇ ਰਹਾਂਗੇ, ਚਿਹਰੇ ਸਾਨੂੰ ਧੋਖਾ ਦਿੰਦੇ ਆਏ ਆ, ਦਿੰਦੇ ਨੇ ਤੇ ਭਵਿੱਖ ਵਿੱਚ ਵੀ ਦਿੰਦੇ ਰਹਿਣਗੇ। ਇਹਨਾਂ ਚਿਹਰਿਆਂ ਨੂੰ ਨਕਾਰ ਕੇ ਚਰਿੱਤਰ ਨੂੰ ਅੱਗੇ ਲਿਆਉਣਾ ਪੰਜਾਬ ਦੀ ਬਿਹਤਰੀ ਵਾਸਤੇ ਇੱਕ ਚੰਗਾ ਕਦਮ ਹੋਊ। ਚਾਹੇ ਲੋਕ ਐਤਕੀ ਚੁਣ ਲੈਣ, ਚਾਹੇ ਅਗਲੀ ਵਾਰ ਚੁਣ ਲੈਣ। ਸਪਸ਼ਟ ਬਹੁਮਤ ਨਾਲ ਕੌਣ ਵਧੇਗਾ, ਕਿਹੜੀ ਪਾਰਟੀ ਵਧੇਗੀ? ਇਸ ਵੇਲੇ ਤੱਕ ਤਾਂ ਧੁੰਦਲਕਾਰਾ ਹੀ ਆ, ਕੁਛ ਵੀ ਨਹੀਂ ਕਿਹਾ ਜਾ ਸਕਦਾ। ਹਰ ਹਲਕੇ ਦੀ ਸਥਿਤੀ ਇੱਦਾਂ ਦੀ ਬਣ ਗਈ ਆ, ਤੁਸੀਂ ਜਿਹਦਾ ਚਸ਼ਮਾ ਲਾਇਆ ਉਹਨੂੰ ਉਹੀ ਜਿੱਤਦਾ ਨਜ਼ਰ ਆਉਂਦਾ। ਇਹ ਤਾਂ ਪਤਾ ਤੇ ਉਦੋਂ ਹੀ ਲੱਗਣਾ ਜਦੋਂ 10 ਮਾਰਚ ਨੂੰ ਰਿਜ਼ਲਟ ਆ ਗਏ, ਫੇਰ ਹੀ ਪਤਾ ਲੱਗੂਗਾ ਕਿਹਦੀ ਬਣਦੀ ਆ ਤੇ ਕਿਹਦੀ ਨਹੀਂ ਬਣਦੀ। ਆਖਰੀ ਗੱਲ ਇੱਥੇ ਮੈਂ ਮੁਕਾਉਣਾ, ਸਿੱਧੂ ਸਾਹਿਬ ਦੇ ਬਾਰੇ ਅੱਜ ਡਿਸਕਸ਼ਨ ਕਰਨੀ ਮੈਂ ਜ਼ਰੂਰੀ ਸਮਝੀ ਸੀ ਕਿ ਕੈਪਟਨ ਸਾਹਿਬ ਵੀ ਕਹਿੰਦੇ ਸੀ ਕਿ ਜੇ ਸਿੱਧੂ ਜਿੱਥੋਂ ਲੜੇਗਾ ਉੱਥੇ ਕੱਦਵਾਰ ਉਮੀਦਵਾਰ ਦਿੱਤਾ ਜਾਏਗਾ ਸਿੱਧੂ ਨੂੰ ਹਰਾਉਣ ਲਈ, ਤੇ ਕੈਪਟਨ ਸਾਹਿਬ ਨੂੰ ਤਾਂ ਉਮੀਦਵਾਰ ਹੀ ਨਹੀਂ ਲੱਭਾ। ਨਹੀਂ ਚਲੋ ਉਹਨਾਂ ਨੇ ਹੁਣ ਤਾਰਿਆ ਕੱਲ ਭਾਜਪਾ ਵੱਲੋਂ, ਕੋਈ ਡਾਕਟਰ ਜਗਮੋਹਨ ਸਿੰਘ ਆ ਸ਼ਾਇਦ। ਭਾਜਪਾ ਵੀ ਸਾਰੀ ਹਰਾਉਣ ਤੇ ਲੱਗੀ ਹੋਈ ਹੈ। ਕਿਤੇ ਅੰਮ੍ਰਿਤਸਰ ਦੇ ਲੋਕ ਵੀ ਇਹਨਾਂ ਦੇ ਫੇਰ ਭੁਲਾਵੇ 'ਚ ਨਾ ਆ ਜਾਣ ਕਿ ਉਹ ਮਜੀਠੀਆ ਦੀ ਮਦਦ ਹੋ ਜਾਵੇ ਕੈਪਟਨ ਵੱਲੋਂ। ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ ਜਿਨ੍ਹਾਂ ਨੂੰ ਮਾਡਲ ਪੰਜਾਬ ਮਾਡਲ ਕਹਿਣ ਦਾ ਤਰੀਕਾ ਪਸੰਦ ਨਹੀਂ, ਕੀ ਪਤਾ ਉਹ ਵੀ ਹਰਾਉਣ ਦੇ ਵਿੱਚ ਮਦਦ ਕਰ ਦੇਣ। ਗੱਲ ਤਾਂ ਫਿਰ ਉੱਥੇ ਹੀ ਮੁੱਕਦੀ ਆ। ਇਹ ਵੀ ਕੀ ਕਿਹਾ ਜਾ ਸਕਦਾ, ਗਲਤੀ ਜਿਹੜੀ ਆ ਹੋ ਜਾਵੇ ਇਸ ਤਰ੍ਹਾਂ ਦੀ ਕਿ ਮੁੜ ਕੇ ਉਹ ਫੇਰ ਕੇਂਦਰ ਵੱਲ ਨੂੰ ਵੇਖਣਾ ਪਵੇ। ਦੇਖੋ ਸਾਨੂੰ ਵਰਤ ਗਏ ਜੀ। ਗੱਲ ਤੇ ਬਾੜ ਸਾਹਿਬ ਇਹ ਆ ਵੀ ਇਹ ਮਾਡਲ ਸਿਰਫ ਇਲੈਕਸ਼ਨਾਂ ਤੱਕ ਹੀ ਆ, ਇਹ ਮਗਰੋਂ ਮਾਡਲ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਕਿਸੇ ਨੂੰ ਕੋਈ ਪਤਾ ਨਹੀਂ। ਬੜੀਆਂ ਇਲੈਕਸ਼ਨਾਂ ਹੰਡਾ ਚੁੱਕੇ ਆ ਤੇ ਕੋਈ ਇਸ ਤਰ੍ਹਾਂ ਦਾ ਮਾਡਲ ਪੇਸ਼ ਹੋਣਾ ਹੁੰਦਾ ਤੇ ਹੁਣ ਤੱਕ ਹੋਇਆ ਹੁੰਦਾ, ਬਦਲੀ ਹੋਣੀ ਸੀ ਬਿਲਕੁਲ, ਕਿਉਂਕਿ ਲੀਡਰ ਤਾਂ ਉਹੀ ਚੱਲਦੇ ਆਉਂਦੇ, ਹੁਣ ਕੋਈ ਨਵੀਂ ਤੇ ਰੂਹ ਫੂਕੀ ਨਹੀਂ ਗਈ। ਹਾਂ ਚਲੋ ਆਸ ਕਰਦੇ ਆ ਕਿ ਪੰਜਾਬ ਦੇ ਭਲੇ ਲਈ, ਪੰਜਾਬ ਦੇ ਲੋਕ ਮੁੱਦਿਆਂ ਲਈ, ਪੰਜਾਬ ਦੀ ਬਿਹਤਰੀ ਲਈ ਕੋਈ ਪਾਰਟੀ ਜਿਹੜੀ ਅੱਗੇ ਆਵੇ, ਕੋਈ ਲੀਡਰ ਇਸ ਤਰ੍ਹਾਂ ਦੇ ਨਿਕਲਣ ਜਿਹੜੇ ਨਿੱਜ ਸਵਾਰਥ ਤੋਂ ਉੱਪਰ ਉੱਠ ਕੇ ਪੰਜਾਬ ਦੇ ਭਲੇ ਦੀ ਗੱਲ ਕਰਨ। ਸੋ ਤੁਸੀਂ ਗਰਾਊਂਡ ਪੰਜਾਬ ਟੀਵੀ ਨਾਲ ਜੁੜੇ ਰਹਿਣਾ। ਸੋ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਕਿ ਗਰਾਊਂਡ ਪੰਜਾਬ ਟੀਵੀ ਦਾ ਕੋਈ ਕਿਸੇ ਪਾਰਟੀ ਨੂੰ ਜਾਂ ਕਿਸੇ ਵਿਸ਼ੇਸ਼ ਲੀਡਰ ਨੂੰ ਸਪੋਰਟ ਕਰਨ ਦਾ ਕੋਈ ਵੀ ਅਜਿਹਾ ਪ੍ਰੋਗਰਾਮ ਨਹੀਂ ਆ। ਤੁਸੀਂ ਖੁਦ ਸਿਆਣੇ ਹੋ, ਖੁਦ ਕਿਹਨੂੰ ਵੋਟ ਕਰਨੀ ਆ ਇਹ ਆਪਣੇ ਆਪ ਨਾਲ ਫੈਸਲਾ ਕਰਿਓ, ਆਪਣੇ ਪਰਿਵਾਰ ਨਾਲ ਕਰਿਓ, ਆਪਣੇ ਆਪ ਨਾਲ ਵਾਪਰੇ ਸਮੇਂ ਨੂੰ ਵੇਖ ਕੇ ਕਰਿਓ। ਸੋ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਫੇਰ ਤੁਹਾਡੇ ਨਾਲ ਕੋਈ ਨਵੀਂ ਵਿਚਾਰ ਲੈ ਕੇ ਤੁਹਾਡੇ ਰੂਬਰੂ ਹੋਇਆ ਜਾਵੇ। ਸੋ ਬਹੁਤ ਬਹੁਤ ਧੰਨਵਾਦ ਹੈ ਜੀ।